Hello students, today our topic is location of faults in underground cables। ਜਿਹੜੀਆਂ ਅੰਡਰਗਰਾਉਂਡ ਕੇਬਲਸ ਆਪਾਂ ਪਾਉਂਦੇ ਹੈਗੇ ਆ ਟਰਾਂਸਮਿਸ਼ਨ ਲਾਈਨ ਲਈ ਕਿਤੇ ਲੋਡ ਪੈਂਦੀ ਆ ਜਾਂ ਆਪਾਂ ਕਿਤੇ ਡਿਸਟ੍ਰੀਬਿਊਸ਼ਨ ਲਾਈਨ ਲਈ ਜਿੱਥੇ ਕਿਤੇ ਲੋਡ ਪੈਂਦੀ ਆ, ਜਦੋਂ ਉਸ ਅੰਡਰਗਰਾਉਂਡ ਕੇਬਲਸ ਵਿੱਚ ਫਾਲਟ ਪੈ ਜਾਂਦਾ ਤਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਫਾਲਟ ਕਿੱਥੇ ਪਿਆ, ਕਿਉਂਕਿ ਉਹ ਸਾਰਾ ਜਿਹੜਾ ਆ ਅੰਡਰਗਰਾਉਂਡ ਹੁੰਦਾ ਹੈਗਾ। ਅਤੇ ਇਸ ਕਰਕੇ ਉਹਦੇ ਲਈ ਸਾਨੂੰ ਕੁਛ ਟੈਸਟ ਕਰਨੇ ਪੈਂਦੇ ਆ। ਉਹਦੇ ਲਈ ਆਪਾਂ ਫਿਰ ਟੈਸਟ ਜਦੋਂ ਕਰਦੇ ਹਾਂ ਫਿਰ ਸਾਨੂੰ ਪਰਟੀਕੂਲਰ ਉਸ ਏਰੀਏ ਦਾ ਜਾਂ ਉਸ ਲੈਂਥ ਦਾ ਪਤਾ ਲੱਗ ਜਾਂਦਾ ਜਿੱਥੇ ਫਾਲਟ ਪਿਆ ਹੁੰਦਾ। ਇਹ ਆਪਾਂ ਹੁਣ ਅੱਗੇ ਡਿਸਕਸ ਕਰਨਾ। ਅੱਜ ਦਾ ਜੋ ਟੌਪਿਕ ਹੈਗਾ ਆਪਣਾ ਟੌਪਿਕ ਹੈ ਲੋਕੇਸ਼ਨ ਆਫ ਫਾਲਟਸ ਇਨ ਅੰਡਰਗਰਾਉਂਡ ਕੇਬਲਸ। ਇਹਦੇ ਵਿੱਚ ਕੀ ਕਹਿ ਰਿਹਾ ਦੇਖੋ, ਕਹਿੰਦਾ ਇਨ ਅੰਡਰਗਰਾਉਂਡ ਸਿਸਟਮ ਇਟ ਇਜ਼ ਵੈਰੀ ਇੰਪੋਰਟੈਂਟ ਟੂ ਲੋਕੇਟ ਦਾ ਫਾਲਟ ਪੁਆਇੰਟ ਬਿਫੋਰ ਡਿਗਿੰਗ ਆਊਟ ਦਾ ਚੈਨਲ। ਮਤਲਬ ਚੈਨਲ ਨੂੰ ਪੁੱਟਣ ਤੋਂ ਪਹਿਲਾਂ ਆਪਾਂ ਜਿੱਥੇ ਵੀ ਫਾਲਟ ਲੱਭਣਾ ਉਹਨੂੰ ਪੁੱਟਣ ਤੋਂ ਪਹਿਲਾਂ ਕਹਿੰਦਾ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਫਾਲਟ ਪਿਆ ਕਿੱਥੇ ਆ। ਫॉर ਦਿਸ ਪਰਪਜ਼ ਕਹਿੰਦਾ ਵੇਰੀਅਸ ਟੈਕਨੀਕਸ ਹੈਵ ਬੀਨ ਅਡੋਪਟ। ਇਸ ਚੀਜ਼ ਦੇ ਆਪਾਂ ਬਹੁਤ ਸਾਰੀਆਂ ਟੈਕਨੀਕਸ ਜਿਹੜੀਆਂ ਅਡੋਪਟ ਕਰਦੇ ਹਾਂ। ਤਾਂ ਵੇਰੀਅਸ ਮੈਥਡਸ ਫॉर ਫਾਈਂਡਿੰਗ ਆਊਟ ਦਾ ਫਾਲਟਸ ਇਨ ਅੰਡਰਗਰਾਉਂਡ ਕੇਬਲਸ ਆਰ। ਹੁਣ ਜਿਹੜੀਆਂ ਟੈਕਨੀਕਸ ਜਾਂ ਜਿਹੜੇ ਮੈਥਡਸ ਆਪਾਂ ਅਡੋਪਟ ਕਰਦੇ ਹਾਂ ਕਿਹੜੇ ਕਿਹੜੇ ਆ। ਨੰਬਰ 1 ਤੇ ਹੈ ਬਲੇਵੀਅਰ ਟੈਸਟ, ਨੰਬਰ 2 ਤੇ ਹੈ ਮੂਰੇ ਲੂਪ ਟੈਸਟ ਔਰ ਨੰਬਰ 3 ਤੇ ਹੈ ਵੱਲੇ ਲੂਪ ਟੈਸਟ। ਇਹ 3 ਟੈਸਟ ਆ। ਤਿੰਨੇ ਟੈਸਟ ਜਿਹੜੇ ਆਪਾਂ ਅਲੱਗ-ਅਲੱਗ ਆਪਾਂ ਦੇਖਾਂਗੇ ਕਿਸ ਤਰ੍ਹਾਂ ਕਰਨੇ ਹੈਗੇ ਆ, ਔਰ ਇਹਨਾਂ ਟੈਸਟਾਂ ਦੇ ਵਿੱਚ ਆਪਾਂ ਫਾਈਂਡ ਆਊਟ ਕਰਾਂਗੇ। ਫਿਰ ਜਦੋਂ ਪਹਿਲਾ ਟੈਸਟ ਕਰਾਂਗੇ ਦੂਜਾ ਤੀਜਾ ਆਪਾਂ ਨੂੰ ਪਤਾ ਲੱਗੇਗਾ ਕਿ ਫਾਲਟ ਜਿਹੜਾ ਕਿਸ ਲੋਕੇਸ਼ਨ 'ਤੇ ਪਿਆ ਹੋਇਆ। ਇਹ ਜਿਹੜਾ ਆ 3 ਟੈਸਟਾਂ ਦੇ ਵਿੱਚ ਆਪਾਂ ਨੂੰ ਪਤਾ ਲੱਗੂਗਾ। ਹੁਣ ਦੇਖੋ ਪਹਿਲਾ ਟੈਸਟ ਹੈ ਬਲੇਵੀਅਰਸ ਟੈਸਟ। ਕੀ ਕਹਿੰਦਾ ਬਲੇਵੀਅਰਸ ਟੈਸਟ ਇਜ਼ ਯੂਜ਼ ਟੂ ਫਾਈਂਡ ਅਰਥ ਫਾਲਟ ਲੋਕੇਸ਼ਨ। ਮਤਲਬ ਜਦੋਂ ਅਰਥ ਫਾਲਟ ਪੈਂਦਾ ਹੈਗਾ ਸਿੰਗਲ ਕੋਰ ਕੇਬਲ ਦੇ ਵਿੱਚ ਆਪਾਂ ਮਤਲਬ ਇਹ ਜਿਹੜਾ ਟੈਸਟ ਹੁੰਦਾ ਹੈਗਾ ਜਿੱਥੇ ਮਤਲਬ ਸਿੰਗਲ ਕੋਰ ਕੇਬਲ ਅਤੇ ਉਹਦੇ ਆਪਾਂ ਸਾਈਡ 'ਤੇ ਅਰਥ ਜਿਹੜੀ ਆ ਸ਼ੀਲਡ ਕੀਤਾ ਹੋਇਆ, ਉੱਥੇ ਕਹਿੰਦਾ ਫਾਲਟ ਜਿਹੜਾ ਆਪਾਂ ਇਹ ਟੈਸਟ ਜਿਹੜਾ ਲਗਾਉਂਦੇ ਹੈਗੇ ਆ। ਕਹਿੰਦਾ ਅਰਥ ਫਾਲਟ ਲੋਕੇਸ਼ਨ ਇਨ ਐਨ ਅੰਡਰਗਰਾਊਂਡ ਕੇਬਲ ਦਾ 2 and faulty cables are mentioned as sending end and far end respectively as shown in figure 1। ਦੇਖੋ 2 ਫਿਗਰਸ ਬਣੀਆਂ, ਉੱਪਰਲੀ ਫਿਗਰ ਦੇ ਵਿੱਚ ਥੱਲੜੀ ਫਿਗਰ ਦੇ ਵਿੱਚ ਇੱਕ ਪਾਸੇ ਸੈਂਡਿੰਗ ਐਂਡ ਲਿਖਿਆ ਦੇਖੋ ਲੈਫਟ ਸਾਈਡ ਦੇ ਉੱਤੇ ਉੱਪਰਲੀ ਕੇਬਲ ਦੇ ਨਾਲ ਦੇਖੋ ਸੈਂਡਿੰਗ ਐਂਡ, ਕਿਉਂਕਿ ਉੱਪਰ ਜਿਹੜੀ ਕੇਬਲ ਜਾ ਰਹੀ ਆ ਜਿਹੜਾ ਲਾਈਨ ਜਾ ਰਹੀ ਹੈ ਦੈਟ ਇਜ਼ ਦਾ ਕੇਬਲ, ਤਾਂ ਥੱਲੇ ਹੈ ਗਰਾਊਂਡ ਉਹਦਾ ਅਰਥ। ਹੁਣ ਸੈਂਟਰ ਵਿੱਚ ਇੱਕ ਲਾਈਨ ਦਿਖਾਈ ਹੋਈ ਹੈ ਜਿਹੜੀ ਕਿ ਅਰਥ ਫਾਲਟ ਸ਼ੋਅ ਕਰਦੀ ਹੈਗੀ ਆ ਵੀ ਅਰਥ ਫਾਲਟ ਪੈ ਗਿਆ। ਹੁਣ ਦੇਖੋ ਸੈਂਡਿੰਗ ਐਂਡ ਹੈਗਾ ਲੈਫਟ ਸਾਈਡ 'ਤੇ ਅਤੇ ਫਾਰ ਐਂਡ ਹੈਗਾ ਜਿੱਥੇ ਆਪਾਂ ਦੂਜੇ ਪਾਸੇ ਜਿੱਥੇ ਆਪਾਂ ਸਪਲਾਈ ਭੇਜੀ ਹੋਈ ਆ। ਹੁਣ ਆਪਾਂ ਜਿਹੜਾ ਟੈਸਟ ਕਰਨਾ ਅੱਗੇ ਪਰ ਦੇਖੋ ਪਹਿਲਾਂ ਪੜ੍ਹ ਲੈਂਦੇ ਹਾਂ। ਇਨ ਦਿਸ ਟੈਸਟ ਦਾ ਸੈਂਡਿੰਗ ਐਂਡ ਆਫ ਦਾ ਕੇਬਲ ਮਸਟ ਬੀ ਓਪਨ ਐਂਡ ਆਈਸੋਲੇਟਡ ਐਂਡ the resistance between sending end and earth point is measured by keeping the far end isolated from earth, and then it is measured keeping far end of the faulty cable shorted to the ground। ਹੁਣ ਕੀ ਕਹਿੰਦਾ ਹੈ ਦੇਖੋ ਕੀ ਕਹਿੰਦਾ ਆਪਾਂ ਜਿਹੜੇ ਟੈਸਟ ਕਰਨੇ ਆ। ਹੁਣ ਆਪਾਂ ਇਹਦੇ ਵਿੱਚ ਕਿਉਂਕਿ ਇਹ ਹੈ ਬਿਲੇਵੀਅਰ ਟੈਸਟ ਕੀ ਆ ਆਪਾਂ ਇਹਨਾਂ ਦੀ ਰੈਜ਼ਿਸਟੈਂਸ ਫਾਈਂਡ ਕਰਨੀ ਹੈ। ਐਕਚੁਅਲ 'ਚ ਸਾਰਾ ਜੋ ਵੀ ਤਿੰਨੇ ਦੇ ਤਿੰਨੇ ਟੈਸਟ ਜਿਹੜੇ ਉਹ ਰੈਜ਼ਿਸਟੈਂਸ ਫਾਈਂਡ ਆਊਟ ਕਰਕੇ ਫਿਰ ਆਪਾਂ ਲੈਂਥ ਲੱਭਦੇ ਹੈਗੇ ਆ ਕੇਬਲ ਦੀ ਕਿ ਜਿੰਨੀ ਜਿੱਥੋਂ ਆਪਾਂ ਸ਼ੁਰੂ ਕੀਤਾ ਜਿੱਥੇ ਫਾਲਟ ਪਿਆ ਉਹਦੀ ਜਿੰਨੀ ਰੈਜ਼ਿਸਟੈਂਸ ਆਈ ਉਹਦੇ ਅਗੇਂਸਟ ਕਿੰਨੀ ਲੈਂਥ ਆ, ਤਾਂ ਉਸ ਲੈਂਥ ਤੋਂ ਜਾ ਕੇ ਆਪਾਂ ਫਿਰ ਕੇਬਲ ਨੂੰ ਡਿੱਗ ਕਰਕੇ ਪੱਟ ਕੇ ਤਾਂ ਆਪਾਂ ਉਹ ਫਾਲਟ ਲੱਭ ਲੈਂਦੇ ਹਾਂ। ਇਸ ਤਰ੍ਹਾਂ ਕਹਿੰਦਾ ਕਿ ਇਹ ਟੈਸਟ ਕਰਨ ਲਈ ਸਾਨੂੰ ਪਹਿਲਾਂ ਜਿਹੜਾ ਫਾਰ ਐਂਡ ਹੈ ਉਹਨੂੰ ਸਾਨੂੰ ਓਪਨ ਕਰਨਾ ਪੈਂਦਾ। ਥੱਲੇ ਡਾਇਗਰਾਮ 'ਚ ਦੇਖੋ ਫਾਰ ਐਂਡ ਜਿਹੜਾ ਓਪਨ ਰੱਖਿਆ ਹੋਇਆ ਅਤੇ ਉੱਪਰਲੇ ਡਾਇਗਰਾਮ 'ਚ ਫਿਰ ਕੀ ਕਰਨਾ ਪੈਂਦਾ ਸ਼ਾਰਟ ਕਰਨਾ ਪੈਂਦਾ। ਮਤਲਬ 2 ਵਾਰੀ ਟੈਸਟ ਕਰਾਂਗੇ। ਪਹਿਲਾਂ ਆਪਾਂ ਫਾਰ ਐਂਡ ਨੂੰ ਓਪਨ ਕਰਕੇ ਰੈਜ਼ਿਸਟੈਂਸ ਮੇਜ਼ਰ ਕਰਾਂਗੇ ਸੈਂਡਿੰਗ ਐਂਡ ਦੇ ਉੱਤੇ ਕਿੰਨੀ ਬਣਦੀ ਆ, ਫਿਰ ਆਪਾਂ ਉਹਨੂੰ ਕਲੋਜ਼ ਕਰਕੇ ਰੈਜ਼ਿਸਟੈਂਸ ਮੇਜ਼ਰ ਕਰਾਂਗੇ ਸੈਂਡਿੰਗ ਐਂਡ 'ਤੇ ਕਿੰਨੀ ਬਣਦੀ ਹੈਗੀ ਆ। ਅੱਗੇ ਦੇਖੋ ਕੀ ਕਹਿੰਦਾ ਸਪੋਜ਼ ਵੀ ਗੈਟ ਰੈਜ਼ਿਸਟੈਂਸ ਵੈਲਿਊਜ਼ R1 and R2 in these two set measurements respectively। ਜਿਹੜੀਆਂ ਉੱਪਰ ਆਪਾਂ ਦੱਸੀਆਂ ਉਹਦੇ ਵਿੱਚ ਪਹਿਲੀ ਕਹਿੰਦਾ ਜਦੋਂ ਆਪਾਂ ਓਪਨ ਰੱਖਿਆ ਉਦੋਂ R1 ਬਣ ਗਈ ਅਤੇ ਜਦੋਂ ਆਪਾਂ ਫਾਰ ਐਂਡ ਜਿਹੜਾ ਸ਼ਾਰਟ ਕੀਤਾ ਹੋਇਆ ਤਾਂ ਉਹ R2 ਬਣ ਗਈ। ਕਹਿੰਦਾ ਇਨ ਦਾ ਫਾਲਟ ਲੋਕੇਸ਼ਨ ਦਾ ਕੰਡਕਟਰ ਇਜ਼ ਸ਼ਾਰਟਡ ਟੂ ਗਰਾਊਂਡ। ਹੁਣ ਜਿਹੜਾ ਫਾਲਟ ਕੰਡੀਸ਼ਨ ਲੋਕੇਸ਼ਨ ਦੇ ਵਿੱਚ ਕੰਡਕਟਰ ਇਜ਼ ਸ਼ਾਰਟਡ ਟੂ ਗਰਾਊਂਡ। ਹੁਣ ਕੀ ਹੁੰਦਾ ਹੈ ਕਿ ਜਦੋਂ ਫਾਲਟ ਪਿਆ ਕਿਉਂਕਿ ਫਾਲਟ ਹੀ ਅਰਥ ਫਾਲਟ ਹੈ ਗਰਾਊਂਡ ਫਾਲਟ ਹੈ ਤਾਂ ਉਸ ਕਰਕੇ ਕੰਡਕਟਰ ਜਿਹੜਾ ਉਹ ਕਹਿੰਦਾ ਗਰਾਊਂਡ ਨੂੰ ਸ਼ਾਰਟ ਹੋ ਜਾਏਗਾ। ਦਸ this short circuit may have some resistance that is mentioned as G। ਹੁਣ ਕਹਿੰਦਾ ਜਿਹੜਾ ਸੈਂਟਰ ਵਾਲੀ ਲਾਈਨ ਦੇਖੋ ਉੱਪਰਲੀ ਲਾਈਨ ਅਤੇ ਥੱਲੇ ਲਾਈਨ ਜਿਹੜੀ ਲਾਈਨ ਬਣਾਉਂਦੀ ਉੱਥੇ G ohms ਲਿਖਿਆ ਹੋਇਆ that is the resistance of fault। ਜੋ ਫਾਲਟ ਪਿਆ ਉਹਦੀ ਰੈਜ਼ਿਸਟੈਂਸ ਕਿੰਨੀ ਆ G। ਇਸ ਤਰ੍ਹਾਂ ਇਹ ਮਤਲਬ
अपने को 3 वैल्यूज़ मेन आउंदियां हैगियां। पहली वैल्यू की है जी एक R1, फिर R1 कदों आई जो आप फार एंड जोड़ा ओपन रखा आ, तो R2 कदों आई जो आप फार एंड जोड़ा शॉर्ट किया होया, तो एक वैल्यू है स्मॉल जी। जी किस चीज़ की वैल्यू है? वैल्यू ऑफ फॉल्ट पॉइंट, जो फॉल्ट पॉइंट अपना है वो जोड़ा अर्थ हैगी आ हो गई हैगी अपनी, वो जी रजिस्टेंस है उन्होंने आप मनांगे स्मॉल जी। अगले पैरे च देखो की कहता, इन बिलीवियर्स टेस्ट द टोटल लाइन रजिस्टेंस इज सपोज टू बी मैंशनड एज एल। हुण आपां नूं एक केबल जिहड़ी आपां जिहदा आपां फॉल्ट लभना हैगा उहदी टोटल लेंथ सानूं पता होनी चाहिए है भी 1 किलोमीटर 2 किलोमीटर 3 किलोमीटर जिन्नी भी उहदी लेंथ हैगी आ वो कहंदा सानूं पता होनी चाहिए है। द रजिस्टेंस बिटवीन द सेंडिंग एंड ऑफ द फॉल्ट एंड द मैंशनड एज एक्स। हुण जिੱਥੋਂ आपां सेंडिंग एंड ते जिथे आपां नूं कहना कह लो अपना टेस्ट पॉइंट हैगा ਉੱਥੋਂ ਲੈ ਕੇ ਫਾਲਟ ਦੀ ਜਿਹੜੀ ਰजिस्टेंस ਆ ਅਪ टू फॉल्ट ਆਪਾਂ ਨੂੰ ਮੰਨ ਲੈਨੇ एक्स। देखो ध्यान ना डायग्राम ਦੇ ਉੱਪਰਲੇ ਪਾਸੇ ਲਿਖਿਆ ਹੋਇਆ, ਥੱਲੇ ਵੀ ਲਿਖਿਆ ਸੈਂਡਿੰਗ ਐਂਡ ਤੋਂ ਲੈ ਕੇ ਜਿੱਥੇ ਫਾਲਟ ਪਿਆ ਉੱਥੇ ਤੱਕ एक्स ਓਮਸ ਲਿਖਿਆ, ਤੇ ਇਸੇ ਤੇ ਜਿੱਥੇ ਫਾਲਟ ਪਿਆ ਉਹ ਤੋਂ ਲੈ ਕੇ ਫਾਰ ਐਂਡ ਤੱਕ ਜਿਹੜਾ ਕੀ ਲਿਖਿਆ वाई ਓਮ। ਕਹਿੰਦਾ ਦੋ ਰजिस्टेंस ਆਪਾਂ ਮੇਜਰ ਕਰ ਲੈਨੇ, ਇਹ ਵੀ ਇੱਕ एक्स ਓਮ ਕਿੰਨੀ ਹੈ ਤੇ वाई ਓਮ, ਇਹਨਾਂ ਨੂੰ ਆਪਾਂ ਸਪੋਜ਼ ਕੀਤਾ एक्स ਓਮ ਤੇ वाई ਓਮ ਜਿਹੜੀ ਆਪਾਂ ਸਪੋਜ਼ ਕਰ ਲਈ ਵੀ फार एंड तक सॉरी सेंडिंग एंड तो लैके शॉर्ट एंड जिथे भी शॉर्ट सर्किट होया है अर्थ के नाल ओहदी रजिस्टेंस हैगी एक्स ओम, तो जितों आप कह सकते फॉल्ट पिया होया उत्थों लैके फार एंड दूसरे पासे तक की जी रजिस्टेंस आप कितनी मान ली वाई ओम। इस तरह ये जोड़े पॉइंट्स सारे हो गए किहड़े, पहला पॉइंट सीगा R1 कदों रजिस्टेंस बनी जो आप फार एंड नूं ओपन रख के तो सेंडिंग एंड तो आप रजिस्टेंस मेयर की किसी भी मैथड के नाल, तो दूजा सीगा R2 जो आप फार एंड शॉर्ट कर दिता तो फिर आप रजिस्टेंस मेयर की सेंडिंग एंड तो बन गई R2। एक रजिस्टेंस आप लई है जी ओम, वो हैगी आ जो साडा कंडक्टर है जो साड़ी केबल है जी अर्थ फॉल्ट पिया जो वो जी अर्थ रजिस्टेंस हैगी वो बन गई जी ओम। तो तीजी आप लई है एक्स ओम। एक्स ओम की रजिस्टेंस हैगी आ सेंडिंग एंड तो लैके फॉल्ट पॉइंट तक की रजिस्टेंस, सेंडिंग एंड जितों आप टेस्ट करना उस पासा लैफ्ट साइड पर दिते जितों कह लो सप्लाई जा रही सेंडिंग आप भेज रहे हैं जो सप्लाई उत्थों लैके फॉल्ट पॉइंट तक जी रजिस्टेंस उन्होंने आप एक्स ओम मान लेने, तो उस तो बाद जो फॉल्ट पॉइंट तो लैके फार एंड तक की जी रजिस्टेंस हैगी आ एंड तक पॉइंट जोड़ा उन्होंने आप मान लेने वाई ओम। तो टोटल लेंथ ऑफ द केबल आप मानते हैं एल, टोटल लेंथ ऑफ द केबल की रजिस्टेंस वाली जी आप मानते हैं वो मान लेने एल ओम। मतलब ये 5 रजिस्टेंस 6 रजिस्टेंस हो गई देखो R1 R2 X Y G ते L, ये सारिया रजिस्टेंस जड़ियाँ ये वैल्यूज़ कुछ सानू पता है कुछ सारिया अननोन वैल्यूज़ है जी। अननोन वैल्यूज़ आप फाइंड आउट कर लेने, जी सानू पता वैल्यू कितनी वो तो सानू पता लग जाना। अगे आप टैसट देखते हैं किस तरह यदी कैलकुलेशन करनी है। हुण देखो आप यदी कैलकुलेशन किस तरह करनी है, किस तरह फाइंड आउट करना भी कितने फॉल्ट पे लोकेशन किस तरह मतलब डिसाइड करनी है। वो कहता देखो the total resistance L is equal to addition of X and Y resistance। हम देखो तुसी राइट साइड ते जिहड़ी उपरली डायग्राम दा ढली डायग्राम आ, अगर आप सेंडिंग एंड तो शुरू होइए तो फार एंड तक पहुँचीए तो एक रजिस्टेंस X आउंदी है तो एक Y आउंदी है तो एक उपर L आउंदी है। हुण L की है देखो सेंडिंग एंड तो लैके फार एंड तक की रजिस्टेंस आ, सो इस करके कहता X ते Y दोनों अगर आप ऐड कर दीए जमा कर दीए तो रजिस्टेंस कितनी बन जाती है एल ओम। सो देयरफॉर एल इक्वल टू एक्स प्लस वाई, एक तड़ी इक्वेशन बन गई। नाउ कहता द टोटल रजिस्टेंस ऑफ एक्स एंड जी लूप इज़ नथिंग बट R1, बट R1 द कंडक्टर रजिस्टेंस बिटवीन सेंडिंग एंड फार एंड कीपिंग सेंडिंग एंड अर्थ बाय कीपिंग फार एंड ओपन। हम देखो थली डायग्राम से आप जाने ध्यान देखो, कहता अगर आप हुण सेंडिंग एंड तो रजिस्टेंस मेजर करिए तो कई सीरीज देखो सर्किट की बनता देखो सेंडिंग एंड तो तुरो ध्यान दो डायग्राम के थलड़ी डायग्राम जी वो देखो सेंडिंग एंड के पॉइंट तो तुसी स्टार्ट होवो जो तुसी फार एंड वाल जाने तो करंट जो कितों की फ्लो करूगा फार एंड तो ओपन है क्योंकि देखो आप ओपन रखा हुआ ना, तो इस करके कितों की फ्लो करूगा सेंडिंग एंड तो होके एक्स विचों दी होके जी विचों दी होके करंट वापस जो पॉइंट पर पहुँच जाऊगा। इस करके तुहानूं इस देखण दे विच ही तुहानूं पता लग गया। हुण देखो कि जिहड़ी एक्स ते जी आ ये दो रजिस्टेंस सीरीज च जुड़ियां हुई जो आप फार एंड ओपन रखते हैं। इस करके कहता देयरफॉर R1 किहदे बराबर हुई, देयरफॉर R1 इक्वल टू एक्स प्लस जी। एक्स जी अप टू फॉल्ट एंड तक की रजिस्टेंस है तो जी जी फॉल्ट की रजिस्टेंस हैगी दो ये दूजी इक्वेशन बन गई कि R1 इक्वल टू एक्स प्लस जी। हुण देखो टोटल रजिस्टेंस ऑफ द एंटायर लूप,
total resistance of the entire loop of the above circuit is nothing but R2। ਹੁਣ ਕੀ ਹੈ ਟੋਟਲ ਰੈਜ਼ਿਸਟੈਂਸ ਜਿਹੜੀ ਕੀ ਆ ਦੂਜੇ ਵਾਲੀ ਦੀ R2 ਕਦੋਂ ਦਾ ਕੰਡਕਟਰ ਰੈਜ਼ਿਸਟੈਂਸ ਬਿਟਵੀਨ ਸੈਂਡਿੰਗ ਐਂਡ ਐਂਡ ਅਰਥ ਬਾਈ ਕੀਪਿੰਗ ਫਾਰ ਐਂਡ ਅਰਥ। ਹੁਣ ਦੇਖੋ ਫਾਰ ਐਂਡ ਨੂੰ ਤੁਸੀਂ ਅਰਥ ਕੀਤਾ ਹੋਇਆ ਉੱਪਰਲੀ ਡਾਇਗਰਾਮ ਤੇ ਜਾਓ। ਹੁਣ ਉੱਪਰਲੀ ਡਾਇਗਰਾਮ ਦੇ ਰਾਈਟ ਸਾਈਡ ਤੇ ਦੇਖੋ ਫਾਰ ਐਂਡ ਆਪਾਂ ਜਿਹੜਾ ਅਰਥ ਕੀਤਾ ਹੋਇਆ ਦੇਖੋ ਸ਼ਾਰਟ ਸਰਕਟ ਕੀਤਾ ਨਾ। ਹੁਣ ਕਹਿੰਦਾ ਜਿਹੜੀ ਉੱਪਰਲੀ ਡਾਇਗਰਾਮ ਦੇ ਵਿੱਚ ਕੀ ਬਣਿਆ ਕਿ ਦੇਖੋ ਧਿਆਨ ਨਾਲ। ਹੁਣ ਫਿਰ ਜਿੰਨਾ ਥੱਲੇ ਦੇਖਿਆ ਸੀ ਉਦੋਂ ਉੱਪਰਲੀ ਡਾਇਗਰਾਮ ਦੇਖੋ ਸੈਂਡਿੰਗ ਐਂਡ ਤੋਂ ਸਟਾਰਟ ਕਰੋ। ਜਦੋਂ ਆਪਾਂ ਸੈਂਡਿੰਗ ਐਂਡ ਤੋਂ ਸਟਾਰਟ ਕਰਦੇ ਹਾਂ ਤਾਂ ਜਦੋਂ ਆਪਾਂ ਫਾਰ ਐਂਡ ਵੱਲ ਨੂੰ ਜਾਂਦੇ ਹਾਂ ਤਾਂ ਹੁਣ ਆਪਾਂ ਨੂੰ ਐਂਡ ਵਾਲਾ ਪੁਆਇੰਟ ਜਿਹੜਾ ਸ਼ਾਰਟ ਮਿਲਦਾ ਹੈ। ਐਂਡ ਵਾਲਾ ਪੁਆਇੰਟ ਜਿਹੜਾ ਸ਼ਾਰਟ ਮਿਲਦਾ ਇਹਦਾ ਮਤਲਬ ਸ਼ਾਰਟ ਸਰਕਟ ਦੀ ਰੈਜ਼ਿਸਟੈਂਸ ਸਭ ਤੋਂ ਘੱਟ ਹੁੰਦੀ ਆ ਕਹਿ ਸਕਦੇ ਹਾਂ ਤੁਸੀਂ ਬਿਲਕੁਲ ਮਿਨੀਮਮ। ਅਤੇ ਇਸ ਕਰਕੇ ਕਰੰਟ ਜਿਹੜਾ ਐਂਡ ਤੱਕ ਜਾਊਗਾ ਐਂਡ ਤੋਂ ਆਣ ਕੇ ਫਿਰ ਪਿੱਛੇ ਨੂੰ ਵਾਪਸ ਆਊਗਾ। ਹੁਣ ਜਿਹੜਾ ਇਹ ਸਰਕਟ ਬਣਿਆ ਕੰਪਲੀਟ ਸੈਂਡਿੰਗ ਐਂਡ ਤੋਂ ਲੈ ਕੇ ਸਟਾਰਟ ਹੋ ਕੇ ਫਾਰ ਐਂਡ ਤੋਂ ਫਿਰ ਸਟਾਰਟਿੰਗ ਜਿਹੜਾ ਐਂਡ ਦਾ ਦੂਸਰਾ ਸਿਰਾ ਸੈਂਡਿੰਗ ਐਂਡ ਦਾ ਇੱਥੇ ਤੱਕ ਜਿਹੜਾ ਸਰਕਟ ਬਣਿਆ ਇਹਦੇ ਵਿੱਚ ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਐਕਸ ਓਮ ਰੈਜ਼ਿਸਟੈਂਸ ਜਿਹੜੀ ਆ ਉਹ ਸੀਰੀਜ਼ 'ਚ ਜੁੜੀ ਹੋਈ ਆ ਦੋ ਪੈਰਲਲ ਰੈਜ਼ਿਸਟੈਂਸ ਵਾਈ ਅਤੇ ਜੀ। ਦੇਖੋ ਵਾਈ ਅਤੇ ਜੀ ਹੁਣ ਜੀ ਦਾ ਦੂਜਾ ਪੁਆਇੰਟ ਵਾਈ ਦੇ ਦੂਜੇ ਪੁਆਇੰਟ ਨਾਲ ਜੁੜਿਆ ਇਹਦਾ ਮਤਲਬ ਦੋਨੋਂ ਰੈਜ਼ਿਸਟੈਂਸ ਪੈਰਲਲ 'ਚ ਹੋ ਗਈਆਂ ਅਤੇ ਐਕਸ ਇਹਦੇ ਸੀਰੀਜ਼ 'ਚ ਲੱਗੀ ਆ ਅਤੇ ਟੋਟਲ ਸਰਕਟ ਜਿਹੜਾ ਸੀਰੀਜ਼ ਪੈਰਲਲ ਸਰਕਟ ਬਣ ਗਿਆ। ਐਕਸ ਓਮ ਸੀਰੀਜ਼ 'ਚ ਦੋ ਪੈਰਲਲ 'ਚ ਦੋਨੇ ਫਿਰ ਪੈਰਲਲ ਵਾਲੀ ਰੈਜ਼ਿਸਟੈਂਸ ਅਤੇ ਸੀਰੀਜ਼ ਵਾਲੀ ਆਪਸ 'ਚ ਸੀਰੀਜ਼ 'ਚ ਜੁੜੀਆਂ ਹੋਈਆਂ। ਹੁਣ ਇਹਦੀ ਕੈਲਕੂਲੇਸ਼ਨ ਜਿਹੜੀ ਕਰਨੀ ਆ ਉਹ ਤੁਸੀਂ ਤੀਜੇ ਸਮੈਸਟਰ ਸਾਰਾ ਕੁਝ ਪੜ੍ਹਿਆ ਹੋਇਆ। ਹੁਣ ਤੁਸੀਂ ਫਾਈਨਲ ਦੇ ਸਟੂਡੈਂਟ ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ RL ਜਿਹੜੇ ਸਰਕਟ ਸੀਰੀਜ਼ ਪੈਰਲਲ ਸਰਕਟਸ ਹੈਗੇ ਉਹਨਾਂ ਦੀ ਆਪਾਂ ਕੈਲਕੂਲੇਸ਼ਨ ਕਿੱਦਾਂ ਕਰਦੇ ਹਾਂ। ਉਹਦੇ ਵਿੱਚ ਦੇਖੋ ਥੱਲੇ ਹੁੰਦੇ ਦੇਅਰਫੋਰ R2 = X ਇੱਕ ਜਿਹੜੀ ਰੈਜ਼ਿਸਟੈਂਸ X ਜਿਹੜੀ ਆ ਸਿੰਪਲ ਰੈਜ਼ਿਸਟੈਂਸ ਪਲੱਸ ਦੂਜੀ ਪੈਰਲਲ 'ਚ ਲੱਗੀ ਉਹਦੀ ਵੈਲਿਊ ਆਪਾਂ ਕੱਢ ਲਈ YG ਬਟਾ Y + G YG ਬਟਾ Y + G ਮਤਲਬ ਇਹ ਪੈਰਲਲ ਰੈਜ਼ਿਸਟੈਂਸ ਦੀ ਟੋਟਲ ਰੈਜ਼ਿਸਟੈਂਸ ਆ ਅਤੇ ਟੋਟਲ ਰੈਜ਼ਿਸਟੈਂਸ ਜਿਹੜੀ ਆ ਪੈਰਲਲ ਦੀ ਜਿਹੜੀ ਟੋਟਲ ਰੈਜ਼ਿਸਟੈਂਸ ਆ ਪਹਿਲੀ ਐਕਸ ਦੇ ਸੀਰੀਜ਼ 'ਚ ਜੁੜੀ। ਇਸ ਕਰਕੇ R2 ਦੀ ਵੈਲਿਊ ਕਿੰਨੀ ਬਣ ਗਈ X + YG ਬਟਾ Y + G। ਇਹਦੀ ਹੁਣ ਜਦੋਂ ਤੁਸੀਂ ਕੈਲਕੂਲੇਸ਼ਨ ਤਿੰਨਾਂ ਜਿਹੜੀਆਂ ਡਾਇਗਰਾਮਸ ਆ ਇਹਨਾਂ ਦੀ ਵੈਲਿਊ ਪੁੱਟ ਕਰਕੇ ਕੈਲਕੂਲੇਟ ਕਰੋਗੇ ਤਾਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ X ਦੀ ਵੈਲਿਊ ਆ ਗਈ। X ਕਿਹਦੇ ਬਰਾਬਰ ਕਹਿੰਦਾ ਦੇਖੋ ਹੁਣ X = R2 ਮਾਈਨਸ √ ਬ੍ਰੈਕਟ ਸ਼ੁਰੂ L - R2 ਮਾਈਨਸ ਬ੍ਰੈਕਟ ਸ਼ੁਰੂ R1 - R2। ਦੇਖੋ ਹੁਣ ਧਿਆਨ ਨਾਲ ਇੱਕ ਚੀਜ਼ ਦੇਖੋ ਆਪਣੇ ਕੋਲ ਦੋ ਵੈਲਿਊਜ਼ ਅਨਨੋਨ ਹੈਗੀਆਂ ਇੱਕ ਵੈਲਿਊ Y ਹੈ ਇੱਕ ਵੈਲਿਊ X ਹੈ। ਹੁਣ ਆਪਾਂ ਕੀ ਕਰਦੇ ਹਾਂ ਇੱਕ ਵੈਲਿਊ Y ਹੈ ਅਤੇ ਇੱਕ X ਹੈਗੀ ਆ। ਹੁਣ ਆਪਾਂ ਕੀ ਕੀਤਾ Y ਨੂੰ ਇਹ ਤੋਂ ਐਲੀਮੀਨੇਟ ਕਰਤਾ ਖਤਮ ਕਰਤਾ Y ਨੂੰ ਕਿੱਦਾਂ ਖਤਮ ਕੀਤਾ ਉਹ ਖਤਮ ਕਰਨ ਲਈ ਆਪਾਂ ਕੈਲਕੂਲੇਸ਼ਨਸ ਕੀਤੀਆਂ ਅਤੇ X ਲੈਣ ਦੀ। ਹੁਣ Y ਦੇਖੋ ਉੱਪਰ ਵੀ Y ਹੈਗੀ ਆ ਥੱਲੇ ਵੀ Y ਸਭ ਤੋਂ ਉੱਪਰਲੇ ਪਾਸੇ Y ਹੈਗੀ ਆ। Y ਦੀ ਵੈਲਿਊ ਕਿੰਨੀ ਬਣੂਗੀ L - X ਜਿਹੜੀ ਸਭ ਤੋਂ ਪਹਿਲੀ ਕੁਐਸਚਨ ਆ ਉਹਦੇ 'ਚ Y ਦੀ ਵੈਲਿਊ ਕਿੰਨੀ ਬਣੂਗੀ Y ਦੀ ਵੈਲਿਊ ਬਣੂਗੀ L - X। ਹੁਣ ਇਸ Y ਦੀ ਵੈਲਿਊ ਆਪਾਂ ਥਰਡ ਇਕੁਏਸ਼ਨ 'ਚ ਪੁੱਟ ਕਰਕੇ ਕੈਲਕੂਲੇਸ਼ਨਸ ਕਰਕੇ ਸਾਰੀ ਵੈਲਿਊ ਜਿਹੜੀ ਆਪਣੀ ਫਾਈਨਲ ਆਊਟ ਨਿਕਲੂਗੀ ਉਹ X ਦੀ ਵੈਲਿਊ ਆਊਗੀ R2 ਮਾਈਨਸ ਜੋ ਫਾਰਮੂਲਾ ਥੱਲੇ ਆਪਾਂ ਲਿਖਿਆ। ਹੁਣ ਦੇਖੋ ਤੁਹਾਨੂੰ X ਦੀ ਵੈਲਿਊ ਪਤਾ ਲੱਗ ਗਈ। ਹੁਣ ਫਿਰ ਉੱਪਰਲੀ ਡਾਇਗਰਾਮ ਜਾਂ ਥੱਲੇ ਡਾਇਗਰਾਮ 'ਚ ਜਾਓ। ਹੁਣ ਜਦੋਂ ਤੁਹਾਨੂੰ X ਦੀ ਵੈਲਿਊ ਪਤਾ ਲੱਗ ਗਈ ਤਾਂ ਤੁਹਾਨੂੰ ਟੋਟਲ ਕੇਬਲ ਦੀ ਲੈਂਥ ਪਤਾ ਹੋਣੀ ਚਾਹੀਦੀ ਇਸ ਕੇਸ ਦੇ ਵਿੱਚ। ਟੋਟਲ ਕੇਬਲ ਦੀ ਲੈਂਥ ਅਗਰ ਤੁਹਾਨੂੰ ਪਤਾ ਹੁਣ ਆਪਾਂ ਫਾਰਮੂਲਾ ਲਾ ਸਕਦੇ ਹਾਂ ਬੜੇ ਆਰਾਮ ਨਾਲ ਕਿ ਅਗਰ ਟੋਟਲ ਲੈਂਥ ਜਿਹੜੀ ਆ ਅਗਰ LX ਜਿਹੜੀ ਅਗਰ L ਓਮ ਅਗਰ ਰੈਜ਼ਿਸਟੈਂਸ ਹੈ ਤਾਂ ਟੋਟਲ ਲੈਂਥ ਬਣਦੀ ਹੈਗੀ ਆ ਜਿੰਨੀ ਵੀ ਆਪਣੀ ਐਕਚੁਅਲ ਲੈਂਥ ਹੈਗੀ ਆ ਅਤੇ ਜੇ X ਹੋਵੇ ਤਾਂ ਕਿੰਨੀ ਬਣੂਗੀ। ਹੁਣ ਉਹ ਜਿਹੜੀ ਲੈਂਥ ਆਊਗੀ ਦੈਟ ਇਜ਼ ਦਾ ਲੈਂਥ ਆਫ ਫਾਲਟ ਪੁਆਇੰਟ ਫਰੋਮ ਸੈਂਡਿੰਗ ਐਂਡ ਕਿਉਂਕਿ ਸੈਂਡਿੰਗ ਐਂਡ ਆਪਾਂ ਟੈਸਟ ਐਂਡ ਲਿਆ ਨਾ। ਅਗਰ ਆਪਾਂ Y ਦੀ ਵੈਲਿਊ ਲੱਭ ਲੈਂਦੇ ਸਪੋਜ਼ ਕਰੋ ਆਪਾਂ Y ਦੀ ਵੈਲਿਊ ਲੱਭ ਲੈਂਦੇ ਹਾਂ। ਅਗਰ Y ਦੀ ਵੈਲਿਊ ਲੱਭਦੇ ਹਾਂ ਫਿਰ Y ਕਿਸ ਚੀਜ਼ ਦੀ ਰੈਜ਼ਿਸਟੈਂਸ ਬਣੀ ਫਾਰ ਐਂਡ ਤੋਂ ਲੈ ਕੇ ਫਾਲਟ ਐਂਡ ਤੱਕ ਦੇ ਪੁਆਇੰਟ ਦੀ ਫਾਰ ਐਂਡ ਤੋਂ ਲੈ ਕੇ ਫਾਲਟ ਐਂਡ ਦੇ ਪੁਆਇੰਟ ਤੱਕ ਦੀ Y ਰੈਜ਼ਿਸਟੈਂਸ ਬਣੀ। ਹੁਣ ਅਗਰ ਸਾਨੂੰ ਇਹ ਰੈਜ਼ਿਸਟੈਂਸ ਪਤਾ ਲੱਗ ਜਾਵੇ ਤਾਂ ਵੀ ਆਪਾਂ ਲੈਂਥ ਲੱਭ ਸਕਦੇ ਹਾਂ ਲੇਕਿਨ ਉਹ ਲੈਂਥ ਕਿੱਥੋਂ ਦੀ ਹੋਊਗੀ ਫਾਰ ਐਂਡ ਤੋਂ ਲੈ ਕੇ ਫਾਲਟ ਪੁਆਇੰਟ ਦੀ। ਮਤਲਬ ਅਗਰ ਆਪਾਂ X ਦੀ ਵੈਲਿਊ ਲੱਭਦੇ ਹਾਂ ਤਾਂ ਰੈਜ਼ਿਸਟੈਂਸ ਸੈਂਡਿੰਗ ਐਂਡ ਤੋਂ ਲੈ ਕੇ ਫਾਲਟ ਐਂਡ ਤੱਕ ਦੀ ਆ। ਅਗਰ Y ਵੈਲਿਊ ਲੱਭਦੇ ਹਾਂ ਤਾਂ ਜਿਹੜੀ ਲੈਂਥ ਆਊਗੀ ਜਿਹੜੀ ਇਸ ਰੈਜ਼ਿਸਟੈਂਸ ਅਗੇਂਸਟ ਲੈਂਥ ਆਊਗੀ ਉਹ ਫਾਰ ਐਂਡ ਤੋਂ ਲੈ ਕੇ ਫਾਲਟ ਐਂਡ ਦੀ ਆ। ਇਸ ਤਰ੍ਹਾਂ ਆਪਾਂ ਲੈਂਥ ਲੱਭ ਲੈਂਦੇ। ਮੰਨ ਲਓ ਸਪੋਜ਼ ਕਰੋ ਇਹ ਜਿਹੜੀ ਲੈਂਥ ਦੀ ਵੈਲਿਊ ਆਈ ਇਹ 200 ਮੀਟਰ ਆਈ ਟੋਟਲ ਲੈਂਥ ਸੀ ਤੁਹਾਡੀ 1 ਕਿਲੋਮੀਟਰ। ਹੁਣ ਇਹਦਾ ਮਤਲਬ ਕੀ ਹੈ ਕਿ ਫਾਰ ਐਂਡ ਤੋਂ ਸ਼ੁਰੂ ਕਰਕੇ ਤੁਸੀਂ ਅਪਰੋਕਸੀਮੇਟਲੀ 200 ਮੀਟਰ ਦੀ ਲੈਂਥ 'ਤੇ ਜਾਓ। ਡਿਜ਼ਾਈਨ ਜੋ ਆਪਾਂ ਕੇਬਲ ਲੇਆਊਟ ਪਾਈ ਸੀ ਆਪਾਂ ਉਹਦੀ ਡਿਜ਼ਾਈਨਿੰਗ ਜਿਹੜੀ ਆ ਉਹ ਤੁਹਾਨੂੰ ਜਿਹੜੀ ਆ ਡਰਾਇੰਗ ਤੁਹਾਡੇ ਕੋਲ ਆ ਤੁਸੀਂ ਉਹ ਡਰਾਇੰਗ ਦੇ ਮੁਤਾਬਕ 200 ਮੀਟਰ 'ਤੇ ਜਾ ਕੇ ਜਦੋਂ ਤੁਸੀਂ ਖੱਡਾ ਪੱਟੋਗੇ ਥੋੜ੍ਹਾ ਜਿਹਾ ਇੱਧਰ ਨੂੰ ਮਤਲਬ ਕਹਿ ਲਓ ਵੀ 1 ਫੁੱਟ 2 ਫੁੱਟ ਇੱਧਰ ਫੁੱਟ 2 ਫੁੱਟ ਇੱਧਰ ਜਦੋਂ ਖੱਡਾ ਪੱਟੋਗੇ ਤਾਂ ਉਹ ਜਿਹੜੀ ਤੁਹਾਨੂੰ ਫਾਲਟ ਜਿਹੜਾ ਲੱਭ ਜੂਗਾ ਉੱਥੋਂ ਤੁਸੀਂ ਕੇਬਲ ਜਿਹੜੀ ਉਹ ਠੀਕ ਕਰਕੇ ਸਪਲਾਈ ਜਿਹੜੀ ਆ ਚਲਾ ਸਕਦੇ ਆ। ਇਸ ਤਰ੍ਹਾਂ ਇਹ
ਮਤਲਬ ਜਿਹੜਾ ਬਿਲੇਵੀਅਰ ਟੈਸਟ ਹੈਗਾ, ਬਟ ਇਹ ਟੈਸਟ ਜਿਹੜਾ ਸਿੰਗਲ ਕੋਰ ਲਈ ਹੁੰਦਾ ਆ, ਮਲਟੀ ਕੋਰ ਲਈ ਨਹੀਂ ਹੁੰਦਾ। ਸਿੰਗਲ ਕੋਰ ਦੇ ਵਿੱਚ ਵੀ ਜਦੋਂ ਅਰਥ ਫਾਲਟ ਪੈਂਦਾ, ਕਿਉਂਕਿ ਸਿੰਗਲ ਕੋਰ ਦੇ ਵਿੱਚ ਪੈਣਾ ਹੀ ਅਰਥ ਫਾਲਟ ਆ, ਇੱਕੋ ਹੀ ਕੋਰ ਆ, ਤਾਂ ਉਹ ਅਰਥ ਹੋ ਸਕਦੀ ਵੱਧ ਤੋਂ ਵੱਧ ਨਾ। ਇਸ ਕਰਕੇ ਜਿਹੜਾ ਸਿੰਪਲ ਜਿਹਾ ਸਰਕਟ ਸੀ RLC ਦੀ ਸਰਕਟ ਦੇ ਨਾਲ ਆਪਾਂ ਰੈਜ਼ਿਸਟੈਂਸਿਸ ਫਾਈਂਡ ਆਊਟ ਕਰਕੇ ਉਸ ਰੈਜ਼ਿਸਟੈਂਸ ਦੇ ਅਗੇਂਸਟ ਆਪਾਂ ਲੈਂਥ ਲੱਭ ਲੈਂਦੇ ਹਾਂ, ਉਸ ਲੈਂਥ ਦੇ ਅਗੇਂਸਟ ਆਪਾਂ ਨੂੰ ਫਾਲਟ ਪਤਾ ਲੱਗ ਜਾਂਦਾ ਵੀ ਕਿਸ ਜਗ੍ਹਾ 'ਤੇ ਫਾਲਟ ਪਿਆ ਹੋਇਆ। ਹੁਣ ਕਹਿੰਦਾ ਦੇਖੋ ਜਿਹੜੀ ਆਪਾਂ ਕੈਲਕੂਲੇਸ਼ਨ ਕਰਕੇ ਆੜੇ ਐਕਸ ਦੀ, ਕਹਿੰਦਾ ਦਿਸ ਐਕਸਪ੍ਰੈਸ਼ਨ ਗਿਵਸ ਦ ਰੈਜ਼ਿਸਟੈਂਸ ਫਰੋਮ ਦ ਸੈਂਡਿੰਗ ਐਂਡ ਟੂ ਦ ਫਾਲਟ ਲੋਕੇਸ਼ਨ। The corresponding distance is calculated by known resistance per unit length of cable। मतलब जिदा मैं तुहानूं हुणे समझाउंदा है, पर यूनिट लेंथ सानूं पता होवे तां आपां ਉਹ ਲੈਂਥ ਦੇ ਮੁਤਾਬਕ, ਉਹ ਰੈਜ਼ਿਸਟੈਂਸ ਦੇ ਮੁਤਾਬਕ ਉਨੀ ਲੈਂਥ ਆਪਾਂ ਕੈਲਕੂਲੇਟ ਕਰ ਸਕਦੇ ਹੈਗੇ। ਅਗਰ ਸਾਨੂੰ ਪਰ ਯੂਨਿਟ ਲੈਂਥ ਜਿਹੜੀ ਆ ਕੇਬਲ ਦੀ ਪਤਾ ਆ ਅਤੇ ਉਹਦੀ ਰੈਜ਼ਿਸਟੈਂਸ ਸਾਨੂੰ ਪਤਾ ਟੋਟਲ ਦੀ ਕਿੰਨੀ ਹੈਗੀ ਆ, ਉਸ ਹਿਸਾਬ ਨਾਲ ਆਪਾਂ ਕੈਲਕੂਲੇਸ਼ਨ ਕਰ ਸਕਦੇ ਹਾਂ। ਮੈਂ ਤੁਹਾਨੂੰ ਸਮਝਾ ਚੁੱਕਾ। ਦ ਪਰਟੀਕੂਲਰ ਡਿਫੀਕਲਟੀ ਇਨ ਬਿਲੇਵੀਅਰ ਟੈਸਟ ਇਜ਼ ਦੈਟ ਦ ਰੈਜ਼ਿਸਟੈਂਸ ਆਫ ਗਰਾਊਂਡ ਜੀ ਇਜ਼ ਵੇਰੀਏਬਲ ਬੀਇੰਗ ਇਨਫਲੂਐਂਸਡ ਬਾਈ ਦਾ ਅਮਾਊਂਟ ਆਫ ਮੋਇਸਚਰ ਪ੍ਰੈਜ਼ੈਂਟ ਇਨ ਦਾ ਕੇਬਲ। ਹੁਣ ਮਤਲਬ ਕਹਿੰਦਾ ਵੇਰੀ ਕਰ ਸਕਦੀ ਹੈ ਜੀ ਦੀ, ਕਿਉਂਕਿ ਕੇਬਲ ਦੇ ਵਿੱਚ ਜਾਂ ਥੋੜ੍ਹਾ ਬਹੁਤ ਮੋਇਸਚਰ ਵੀ ਹੋ ਸਕਦਾ, ਉਹਦੇ ਵਿੱਚ ਕਹਿ ਦਿੰਦਾ ਜਿਹੜੀ ਸਾਨੂੰ ਪ੍ਰੋਬਲਮ ਆ ਜਾਂਦੀ ਹੈਗੀ ਆ, ਥੋੜ੍ਹੀ ਬਹੁਤ ਵੇਰੀਏਸ਼ਨ ਹੋ ਸਕਦੀ ਆ। ਦ ਐਕਸ਼ਨ ਆਫ ਕਰੰਟ ਐਟ ਦਾ ਫਾਲਟ ਕੰਡੀਸ਼ਨ ਦਾ ਐਕਸ਼ਨ ਅਤੇ ਮੋਇਸਚਰ ਜਿਹੜਾ ਸਾਡੇ ਟੈਸਟ ਨੂੰ ਥੋੜ੍ਹਾ ਬਹੁਤ ਅਫੈਕਟਡ ਕਰਦਾ ਹੈਗਾ, ਬਟ ਉਹਦੇ ਨਾਲ ਇੰਨਾ ਖਾਸ ਫਰਕ ਨਹੀਂ ਪੈਂਦਾ। ਸਭ ਤੋਂ ਸਿੰਪਲ ਟੈਸਟ ਹੈਗਾ ਇਹ ਅੰਡਰਗਰਾਊਂਡ ਕੇਬਲ ਦਾ ਫਾਲਟ ਲੱਭਣ ਲਈ। ਹੁਣ ਇਹ ਦੇਖੋ ਮੂਰੇ ਲੂਪ ਟੈਸਟ। ਮੂਰੇ ਲੂਪ ਟੈਸਟ ਵਿੱਚ ਕੀ ਆ, ਦਿਸ ਟੈਸਟ ਇਜ਼ ਯੂਜ਼ ਟੂ ਫਾਈਂਡ ਦਾ ਫਾਲਟ ਲੋਕੇਸ਼ਨ ਇਨ ਐਨ ਅੰਡਰਗਰਾਊਂਡ ਕੇਬਲ ਬਾਈ ਮੇਕਿੰਗ ਵਨ ਵੀਡਸਟੋਨ ਵਿਜ ਇਨ ਇਟ ਐਂਡ ਬਾਈ ਕੰਪੇਅਰਿੰਗ ਦਾ ਰੈਜ਼ਿਸਟੈਂਸ ਵੀ ਸ਼ੈਲ ਫਾਈਂਡ ਆਊਟ ਦਾ ਫਾਲਟ ਲੋਕੇਸ਼ਨ। ਹੁਣ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕਹਿੰਦਾ ਕਿ ਡਾਇਗਰਾਮ ਅੱਗੇ ਜਾ ਕੇ ਆਪਾਂ ਨੂੰ ਕਲੀਅਰ ਹੋ ਜਾਣਾ ਸਾਰਾ ਕੁਛ ਤੁਸੀਂ, ਲੇਕਿਨ ਫਿਲਹਾਲ ਇਹ ਜੋ ਆਪਾਂ ਡਿਸਕਸ ਕਰਦੇ ਲਿਖਿਆ, ਕਹਿੰਦਾ ਟੈਸਟ ਜਿਹੜਾ ਆ ਅੰਡਰਗਰਾਊਂਡ ਕੇਬਲ ਦੇ ਵਿੱਚ ਕੀਤਾ ਜਾਂਦਾ ਹੈਗਾ ਆ ਫਾਲਟ ਲੋਕੇਸ਼ਨ ਫਾਈਂਡ ਆਊਟ ਕਰਨ ਲਈ। ਲੇਕਿਨ ਕਦੋਂ ਕਿੱਦਾਂ, ਪਹਿਲਾਂ ਤਾਂ ਆਪਾਂ ਦੇਖੋ ਸਿੰਪਲ ਰੈਜ਼ਿਸਟੈਂਸ ਮੇਜਰ ਕਰ ਲਈ, ਗੱਲ ਖਤਮ ਹੋਈ। ਲੇਕਿਨ ਹੁਣ ਇਹਦੇ ਵਿੱਚ ਆਪਾਂ ਨੂੰ ਵੀਟਸਟੋਨ ਬ੍ਰਿਜ ਬਣਾਉਂਦੇ ਆਪਾਂ, ਜਿਹੜਾ ਟੈਸਟਿੰਗ ਐਂਡ ਆ ਤੁਹਾਡੇ ਵਾਲਾ ਪਾਸਾ, ਉੱਥੇ ਆਪਾਂ ਇੱਕ ਵੀਟਸਟੋਨ ਬ੍ਰਿਜ ਬਣਾਉਂਦੇ ਹੈਗੇ ਆ। ਤਾਂ ਉਹਦੇ ਨਾਲ ਫਿਰ ਆਪਾਂ ਕੰਪੇਅਰ ਕਰਦੇ ਹਾਂ ਰੈਜ਼ਿਸਟੈਂਸ ਨੂੰ, ਅਤੇ ਫਿਰ ਆਪਾਂ ਫਾਲਟ ਲੋਕੇਸ਼ਨ ਜਿਹੜੀ ਆ ਉਹ ਫਾਈਂਡ ਆਊਟ ਕਰ ਲੈਂਦੇ ਹਾਂ। ਕਹਿੰਦਾ ਬਟ ਵੀ ਸ਼ੁੱਡ ਯੂਜ਼ ਦਾ ਨੋਨ ਲੈਂਥ ਆਫ ਕੇਬਲ ਇਨ ਦਿਸ ਐਕਸਪੈਰੀਮੈਂਟ। ਪਰ ਸਾਨੂੰ ਕਹਿੰਦਾ ਨੋਨ ਲੈਂਥ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀ ਆ ਇਸ ਟੈਸਟ ਦੇ ਵਿੱਚ, ਵੀ ਕਿੰਨੀ ਆਪਣੇ ਕੋਲ ਲੈਂਥ ਹੈਗੀ ਆ। ਜਿੱਦਾਂ ਪਹਿਲੇ ਦੇ ਵਿੱਚ ਜੇ ਸਾਨੂੰ ਮੰਨ ਲਓ ਪਰ ਚਾਂਸ ਪਹਿਲਾ ਟੈਸਟ ਜਿਹੜਾ ਸੀ, ਅਗਰ ਸਾਨੂੰ ਲੈਂਥ ਨਹੀਂ ਵੀ ਪਤਾ ਪਰ ਸਾਨੂੰ ਰੈਜ਼ਿਸਟੈਂਸ ਪਰ ਮੀਟਰ ਪਤਾ ਕਿੰਨੀ ਹੈਗੀ, 1 ਮੀਟਰ ਦੀ ਰੈਜ਼ਿਸਟੈਂਸ ਕਿੰਨੀ ਆ, ਜੇਕਰ ਸਾਨੂੰ ਉਹ ਪਤਾ ਹੈਗੀ ਤਾਂ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਬਟ ਇਸ ਕੇਸ ਦੇ ਵਿੱਚ ਸਾਨੂੰ ਲੈਂਥ ਪਤਾ ਹੋਣੀ ਚਾਹੀਦੀ ਆ। ਕਹਿੰਦਾ ਦਾ ਨੈਸੈਸਰੀ ਕਨੈਕਸ਼ਨ ਆਫ ਮੂਰੇ ਲੂਪ ਟੈਸਟ ਇਜ਼ ਸ਼ੋਨ ਇਨ ਫਿਗਰ 2 ਐਂਡ 3। ਅੱਗੇ ਆਪਾਂ ਫਿਗਰ 2 ਅਤੇ 3 ਦੇਖਦੇ ਹਾਂ, ਉਹਦੇ ਵਿੱਚ ਕਨੈਕਸ਼ਨਸ ਵਗੈਰਾ ਦਿੱਤੇ ਆ। ਫਿਗਰ 2 ਸ਼ੋਜ਼ ਦੈਟ ਦਾ ਸਰਕਟ ਕਨੈਕਸ਼ਨ ਫॉर ਫਾਈਂਡਿੰਗ ਦਾ ਫਾਲਟ ਲੋਕੇਸ਼ਨ ਵੈਨ ਦਾ ਗਰਾਊਂਡ ਫਾਲਟ ਅਕਰਸ ਐਂਡ ਫਿਗਰ 3 ਸ਼ੋਜ਼ ਦਾ ਸਰਕਟ ਕਨੈਕਸ਼ਨਸ ਫॉर ਫਾਈਂਡਿੰਗ ਦਾ ਫਾਲਟ ਲੋਕੇਸ਼ਨ ਵੈਨ ਸ਼ਾਰਟ ਸਰਕਟ ਫਾਲਟ। ਮਤਲਬ ਇੱਥੇ ਹੁਣ ਕਿਉਂਕਿ ਦੇਖੋ ਨੰਬਰ ਆਫ ਕੇਬਲਸ, ਮਲਟੀ ਕੇਬਲਸ ਲਈ ਆਪਾਂ ਮਲਟੀ ਕੰਡਕਟਰਸ ਦੀ ਆਪਾਂ ਟੈਸਟ ਕਰਦੇ ਹਾਂ, ਉਹਦੇ ਲਈ ਕਹਿੰਦਾ ਕਿ 2 ਤਰ੍ਹਾਂ ਦਾ ਟੈਸਟ ਹੋ ਸਕਦਾ ਫਾਲਟ ਪੈ ਸਕਦਾ। ਇੱਕ ਤਾਂ ਅਰਥ ਫਾਲਟ ਸਕਦਾ, ਕੋਈ ਇੱਕ ਕੇਬਲ ਅਰਥ ਨਾਲ ਸ਼ਾਰਟ ਹੋ ਗਈ, ਲੇਕਿਨ ਦੂਜੇ ਪਾਸੇ ਕੇਬਲ ਟੂ ਕੇਬਲ ਮਤਲਬ ਕੰਡਕਟਰ ਟੂ ਕੰਡਕਟਰ ਜਿਹੜਾ ਅਗਰ ਸ਼ਾਰਟ ਸਰਕਟ ਹੋ ਜਾਂਦਾ ਤਾਂ ਉਹ ਵੀ ਟੈਸਟ ਆਪਾਂ ਇਹਦੇ ਵਿੱਚ ਕਰ ਦਿੰਦੇ ਹਾਂ। ਦੋਨੋਂ ਡਾਇਗਰਾਮ ਜਿਹੜੀਆਂ ਅੱਗੇ ਆਪਾਂ ਦੇਖਦੇ ਹੁਣੇ। ਇਨ ਦੇ ਟੈਸਟ ਦਾ ਫਾਲਟੀ ਕੇਬਲ ਇਜ਼ ਕਨੈਕਟਡ ਵਿਦ ਸਾਊਂਡ ਕੇਬਲ ਬਾਏ ਲੋਅਰ ਰੈਜ਼ਿਸਟੈਂਸ ਵਾਇਰ ਬਿਕੋਜ਼ ਦਾ ਰੈਜ਼ਿਸਟੈਂਸ ਸ਼ੁੱਡ ਨਾਟ ਅਫੈਕਟ ਦਾ ਟੋਟਲ ਰੈਜ਼ਿਸਟੈਂਸ ਆਫ ਦਾ ਕੇਬਲ। ਇਟ ਸ਼ੁੱਡ ਬੀ ਏਬਲ ਟੂ ਸਰਕੂਲੇਟ ਦਾ ਲੂਪ ਕਰੰਟ ਆਫ ਦਾ ਬ੍ਰਿਜ ਸਰਕਟ ਵਿਦਾਊਟ ਲਾਸ। ਮਤਲਬ ਕਹਿੰਦਾ ਕਿ ਆਪਾਂ ਜਿਹੜੀ ਇਸ ਮਤਲਬ ਕੰਡੀਸ਼ਨ ਦੇ ਵਿੱਚ ਆਪਾਂ ਜਦੋਂ ਟੈਸਟ ਕਰਨਾ ਹੈਗਾ ਤਾਂ ਆਪਾਂ ਕੇਬਲ ਜਿਹੜੀ ਆ ਉਹਨੂੰ ਸਾਊਂਡ ਕੇਬਲ ਦੇ ਨਾਲ ਜਿਹੜੀ ਆਪਾਂ ਸ਼ਾਰਟ ਕਰ ਦੇਣਾ, ਜਾਂ ਜਿਹੜਾ ਅਰਥ ਫਾਲਟ ਪਿਆ ਹੈਗਾ ਆ ਉਹਨੂੰ ਕੇਬਲ ਦੇ ਨਾਲ ਸ਼ਾਰਟ ਕਰਨਾ। ਲੇਕਿਨ ਕੇਬਲ ਦੀ ਰੈਜ਼ਿਸਟੈਂਸ ਜੇ ਨਾ ਸ਼ਾਰਟ ਕਰਨਾ, ਉਸ ਕੇਬਲ ਦੀ ਰੈਜ਼ਿਸਟੈਂਸ ਬਿਲਕੁਲ ਮਿਨੀਮਮ ਹੋਣੀ ਚਾਹੀਦੀ ਹੈ, ਬਿਲਕੁਲ ਲੋ ਹੋਣੀ ਚਾਹੀਦੀ ਹੈ, ਤਾਂ ਕਿ ਸਾਡਾ ਰਿਜ਼ਲਟ ਜਿਹੜਾ ਉਹ ਇਫੈਕਟ ਨਾ ਹੋਵੇ। ਤੁਸੀਂ ਵੀਟਸਟੋਨ ਬ੍ਰਿਜ ਪੜ੍ਹੇ ਹੋਣੇ ਆ, ਕਿਉਂਕਿ ਵੀਟਸਟੋਨ ਬ੍ਰਿਜ ਬਹੁਤ ਬੈਲੈਂਸ ਕਰਨ ਲਈ ਸਾਨੂੰ ਬਹੁਤ ਐਕੂਰੇਸੀ ਦੀ ਲੋੜ ਪੈਂਦੀ ਹੈ। ਅਗਰ ਸਾਡੇ ਕੋਲ ਰੈਜ਼ਿਸਟੈਂਸ ਆਪਾਂ ਜਿਹੜੀ ਲਾਸਟ ਵਾਇਰ ਜਿਹੜੀ ਆਪਾਂ ਸ਼ਾਰਟ ਸਰਕਟ ਕਰਨ ਲਈ ਜਾਂ ਕਨੈਕਸ਼ਨ ਕਰਨ ਲਈ ਲਗਾਉਣੀ ਹੈ ਸਰਕਟ ਨੂੰ ਕੰਪਲੀਟ ਕਰਨ ਲਈ, ਅਗਰ ਉਹਦੀ ਆਪਣੀ ਰੈਜ਼ਿਸਟੈਂਸ ਵੀ ਵਿੱਚ ਕਾਊਂਟ ਕਰਨੀ ਪਏਗੀ ਤਾਂ ਸਾਡਾ ਰਿਜ਼ਲਟ ਜਿਹੜਾ ਉਹ ਸਹੀ ਨਹੀਂ ਆਏਗਾ। ਇਸ ਕਰਕੇ ਲਾਸਟ ਐਂਡ ਵਿੱਚ ਕਹਿੰਦਾ ਰੈਜ਼ਿਸਟੈਂਸ ਉਹ ਲਾਉਣੀ ਆ ਜਿਹਦੀ ਕਿ ਵੈਲਿਊ ਜਿਹੜੀ ਬਿਲਕੁਲ ਕੇਬਲ ਉਹ ਲਾਉਣੀ ਆ ਸ਼ਾਰਟ ਸਰਕਟ ਕਰਨ ਲਈ ਐਂਡ ਵਿੱਚ, ਕਿ ਜਿਹਦੀ ਰੈਜ਼ਿਸਟੈਂਸ ਜਿਹੜੀ ਆ ਬਿਲਕੁਲ ਲੋ ਹੋਵੇ। ਹੁਣ ਦੇਖੋ ਇਹਦੇ ਵਿੱਚ ਜਿਹੜਾ ਮੈਂ ਪਹਿਲਾਂ ਆਪਾਂ ਪੜ੍ਹਿਆ, ਹੁਣ 2 ਡਾਇਗਰਾਮਸ ਦਿੱਤੇ ਆ, ਇੱਕ ਫਿਗਰ 2 ਹੈ, ਇੱਕ ਫਿਗਰ 3 ਹੈ। ਪਹਿਲੀ ਜਿਹੜੀ ਡਾਇਗਰਾਮ ਆ ਦੇਖੋ ਧਿਆਨ ਨਾਲ, ਉਹਦੇ ਵਿੱਚ 2 ਕੇਬਲਸ ਬਣੀਆਂ ਹੋਈਆਂ, ਇੱਕ ਉੱਪਰ ਇੱਕ ਥੱਲੇ, ਅਤੇ ਦੋਨਾਂ ਦੇ ਵਿੱਚ ਜਿਹੜਾ ਕੋਈ ਗਰਾਊਂਡ ਫਾਲਟ ਪੈ ਗਿਆ ਹੋਇਆ, ਥੱਲੇ ਪਾਸੇ ਗਰਾਊਂਡ ਜਿਹੜੀ ਦਿਖਾਈ ਹੋਈ ਆ ਉਹਦੇ ਵਿੱਚੋਂ
ਜਿਹੜੀ ਥੱਲੜੀ ਕੇਬਲ ਨੂੰ ਆਪਾਂ ਗਰਾਊਂਡ ਨਾਲ ਸ਼ਾਰਟ ਕੀਤਾ ਇਹਦਾ ਮਤਲਬ ਉਹ ਥੱਲੜੀ ਕੇਬਲ 'ਚ ਕੋਈ ਗਰਾਊਂਡ ਫਾਲਟ ਪੈ ਗਿਆ। ਉੱਪਰਲੀ ਜਿਹੜੀ ਕੇਬਲ ਆ ਉਹ ਸਾਊਂਡ ਕੇਬਲ ਆ, ਉਹਦੇ ਵਿੱਚ ਕੋਈ ਫਾਲਟ ਨਹੀਂ ਆ, ਲੇਕਿਨ ਉਹ ਸਾਊਂਡ ਕੇਬਲ ਆਪਾਂ ਨੂੰ ਇੱਕ ਚਾਹੀਦੀ ਹੁੰਦੀ ਆ ਤਾਂ ਇਹ ਟੈਸਟ ਕੰਪਲੀਟ ਹੋਣਾ, ਇਸ ਕਰਕੇ ਉਹ ਸਾਊਂਡ ਕੇਬਲ ਆ। ਲਾਸਟ ਐਂਡ ਵਿੱਚ ਦੇਖੋ ਇੱਕ ਸੈਕਸ਼ਨਲ ਬਾਰ ਜੀ ਦਿਖਾਈ ਹੋਈ ਹੈ, ਦੈਟ ਇਜ਼ ਦਾ ਵਾਇਰ ਜਿੱਦਾਂ ਕਿ ਆਪਾਂ ਦੋਨੇ ਕੇਬਲ ਜਿਹੜੀਆਂ ਉਹ ਆਪਸ ਦੇ ਵਿੱਚ ਸ਼ਾਰਟ ਕਰਨੀਆਂ ਹੈਗੀਆਂ ਤਾਂ ਕਿ ਸਾਡਾ ਸਰਕਟ ਜਿਹੜਾ ਉਹ ਕੰਪਲੀਟ ਹੋ ਜਾਵੇ। ਹੁਣ ਲੈਫਟ ਸਾਈਡ ਤੇ ਦੇਖੋ ਬੀਟਸਟੋਨ ਬ੍ਰਿਜ ਬਣਾਉਣ ਲਈ ਆਪਾਂ ਨੂੰ ਇੱਕ R1 ਰੈਜ਼ਿਸਟੈਂਸ ਤੇ ਇੱਕ R2 ਰੈਜ਼ਿਸਟੈਂਸ ਜਿਹੜੀ ਇਹਨਾਂ 'ਚ ਇੱਕ ਨੋਨ ਵੈਲਿਊ ਹੈ, ਇੱਕ ਸਟੈਪ ਵੈਲਿਊ ਹੈ। ਇੱਕ ਦੀ ਵੈਲਿਊ ਨੋਨ ਹੈ, ਦੂਜੀ ਦੀ ਸਟੈਪ ਵੈਲਿਊ ਮੀਨਸ ਵੈਲਿਊ ਦਾ ਨੋਨ ਆ ਪਰ ਉਹ ਸਟੈਪਸ ਦੇ ਵਿੱਚ ਸਾਨੂੰ ਪਤਾ ਵੀ 1 ਓਮ 2 ਓਮ 3 ਓਮ ਇਹਦਾ ਸਟੈਪਸ ਸਾਨੂੰ ਪਤਾ, ਕਿਉਂਕਿ ਜਦੋਂ ਆਪਾਂ ਬੀਟਸਟੋਨ ਬ੍ਰਿਜ ਨੂੰ ਬੈਲੈਂਸ ਕਰਨਾ ਆ ਤਾਂ ਸਾਨੂੰ ਇਹ ਦੋਨੇ ਵੈਲਿਊ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ, R1 ਤੇ R2 ਵੈਲਿਊ ਜਿਹੜੀਆਂ ਸਾਨੂੰ ਇਹ ਪਤਾ ਹੋਣੀਆਂ ਚਾਹੀਦੀਆਂ ਜਦੋਂ ਆਪਾਂ ਟੈਸਟ ਕਰਨਾ ਹੈਗਾ। ਤੇ ਸੈਂਟਰ ਦੇ ਵਿੱਚ ਇੱਕ ਦੇਖੋ ਗਲਵੈਨੋਮੀਟਰ ਲੱਗਾ, ਥੱਲੇ ਇੱਕ ਸਵਿਚ ਲੱਗਾ। ਸਵਿਚ ਦਾ ਕੰਮ ਸਿਰਫ ਗਲਵੈਨੋਮੀਟਰ ਨੂੰ ਆਫ ਕਰਨਾ ਹੈ ਜਦੋਂ ਆਪਾਂ ਨੂੰ ਉਹਦੀ ਲੋੜ ਨਹੀਂ ਆ। R1 ਤੇ R2 ਨੂੰ ਦੇਖੋ ਲੈਫਟ ਸਾਈਡ ਦੇ ਉੱਤੇ ਸ਼ਾਰਟ ਕਰਕੇ ਇੱਕ ਬੈਟਰੀ ਲਗਾਈ ਹੋਈ ਹੈ। ਇਹ ਬੈਟਰੀ ਇੱਦਾਂ ਅਰਥ ਕੀਤੀ ਹੋਈ ਆ ਤੇ ਦੂਜੇ ਪਾਸੋਂ ਦੇਖੋ ਗਰਾਊਂਡ ਫਾਲਟ ਜਿੱਥੇ ਪਿਆ ਉੱਥੇ ਅਰਥ ਹੋ ਗਿਆ। ਹੁਣ ਜਦੋਂ ਸਰਕਟ ਕੰਪਲੀਟ ਹੋਣਾ ਥਰੂ ਅਰਥ ਕੇਬਲ, ਸਾਊਂਡ ਕੇਬਲ ਤੇ ਫਾਲਟੀ ਕੇਬਲ ਦੇ ਥਰੂ ਸਰਕਟ ਜਿਹੜਾ ਕੰਪਲੀਟ ਹੋਊਗਾ ਬੈਲੈਂਸ ਕਰਨ ਲਈ। ਹੁਣ ਜਿਹੜੀ ਥਲੜੀ ਉੱਪਰਲਾ ਸੀਗਾ ਗਰਾਊਂਡ ਫਾਲਟ, ਹੁਣ ਥਲੜਾ ਦੇਖੋ, ਥਲੜੇ ਪਾਸੇ ਦੇਖੋ 3 ਕੰਡਕਟਰ ਦਿਖਾਏ ਹੋਏ ਆ, 3 ਕੰਡਕਟਰ ਦਿਖਾਇਆ ਆਰ ਇਹ ਉੱਪਰ ਸਭ ਤੋਂ ਟੌਪ ਤੇ, ਸੈਂਟਰ ਤੇ ਬਿਲਕੁਲ ਬਾਟਮ ਤੇ। ਹੁਣ ਬਾਟਮ ਦਾ ਵੀ ਕੰਡਕਟਰ ਜਿਹੜਾ ਵੀ ਐਕਚੁਅਲ ਕੇਬਲ ਦਾ ਇੱਕ ਕੰਡਕਟਰ ਆ, ਇਹ 2 ਕੰਡਕਟਰ ਜਿਹੜੇ 2 ਵਾਇਰਸ ਜਿਹੜੀਆਂ ਆਪਸ 'ਚ ਸ਼ਾਰਟ ਹੋਈਆਂ ਹੋਈਆਂ, ਦੇਖੋ ਸ਼ਾਰਟ ਸਰਕਟ ਫਾਲਟ। ਬਾਕੀ ਸਾਰਾ ਕੁਝ ਸੇਮ ਆ, ਸਿਰਫ ਫਰਕ ਗਿਆ ਉੱਪਰ ਗਰਾਊਂਡ ਫਾਲਟ ਹੈਗਾ, ਥੱਲੇ ਸ਼ਾਰਟ ਸਰਕਟ ਫਾਲਟ ਹੈਗਾ। ਤੇ ਬਾਕੀ ਫਿਰ ਇੱਕ ਵਾਰੀ ਹੁਣ ਆਪਾਂ ਦੂਜੀਆਂ ਚੀਜ਼ਾਂ ਦੇਖੀਏ, ਡਿਸਕਸ ਕਰੀਏ। ਦੇਖੋ ਸਭ ਤੋਂ ਉੱਪਰਲੇ ਪਾਸੇ ਥੱਲੜੀ ਡਾਇਗਰਾਮ ਜਾਂ ਉੱਪਰਲੀ ਡਾਇਗਰਾਮ ਕਿਸੇ ਇੱਕ ਨੂੰ ਕੰਸੀਡਰ ਕਰੋ। ਸਭ ਤੋਂ ਉੱਪਰਲੇ ਪਾਸੇ ਦੇਖੋ ਕੀ ਲਿਖਿਆ R3। R3 ਕਿੱਥੋਂ ਸ਼ੁਰੂ ਹੁੰਦਾ, ਦੇਖੋ ਜਿਹੜਾ ਟੈਸਟ ਐਂਡ ਹੈ, ਜਿੱਥੇ ਟੈਸਟ ਐਂਡ ਤੋਂ ਤੁਹਾਡੀ ਕੇਬਲ ਦੀ ਰੈਜ਼ਿਸਟੈਂਸ ਹੈ ਕਿੰਨੀ, ਕੇਬਲ ਤੋਂ ਲੈ ਕੇ ਥੱਲੇ ਪਾਸੇ ਜਿੱਥੇ ਤੱਕ ਫਾਲਟ ਪਿਆ ਉੱਥੇ ਤੱਕ ਸਾਊਂਡ ਕੇਬਲ ਦੀ ਟੋਟਲ ਰੈਜ਼ਿਸਟੈਂਸ ਪਲੱਸ ਜਿੱਥੇ ਤੱਕ ਫਾਲਟ ਪਿਆ ਉੱਥੇ ਤੱਕ ਰੈਜ਼ਿਸਟੈਂਸ ਨੂੰ ਆਪਾਂ ਕੀ ਮੰਨਦੇ ਆ R3। ਤੇ RX ਕਿਹੜੀ ਰੈਜ਼ਿਸਟੈਂਸ ਆ, ਫਾਲਟ ਤੋਂ ਲੈ ਕੇ ਜਿਹੜਾ ਟੈਸਟ ਐਂਡ ਆ ਉੱਥੇ ਤੱਕ ਦੀ ਰੈਜ਼ਿਸਟੈਂਸ ਹੈਗੀ RX। ਹੁਣ ਫਾਲਟ ਪਿਆ ਹੈਗਾ ਥੱਲੜੀ ਕੇਬਲ 'ਚ, ਇਸ ਕਰਕੇ RX। ਤੇ ਥੱਲੜੇ ਪਾਸੇ ਵੀ ਇੱਦਾਂ ਸੇਮ ਚੀਜ਼ ਆ, ਸਾਰਾ ਕੁਝ RX ਜਿਹੜੀ ਆ ਉਹ ਫਾਲਟ ਪੁਆਇੰਟ ਤੋਂ ਲੈ ਕੇ ਟੈਸਟ ਐਂਡ ਤੱਕ ਦੀ ਰੈਜ਼ਿਸਟੈਂਸ ਹੈ। ਤੇ R3 ਜਿਹੜੀ ਹੈ ਟੋਟਲ ਸਾਊਂਡ ਕੇਬਲ ਦੀ ਰੈਜ਼ਿਸਟੈਂਸ ਪਲੱਸ ਫਾਰ ਐਂਡ ਤੋਂ ਲੈ ਕੇ ਸ਼ਾਰਟ ਸਰਕਟ, ਜਿੱਥੇ ਵੀ ਸ਼ਾਰਟ ਸਰਕਟ ਹੋਇਆ ਉੱਥੇ ਤੱਕ ਦੀ ਰੈਜ਼ਿਸਟੈਂਸ ਨੂੰ ਆਪਾਂ R3 ਮੰਨਦੇ ਹੈਗੇ। ਇਸ ਦਾ ਇਹ ਰੈਜ਼ਿਸਟੈਂਸਿਸ ਦੀ ਵੈਲਿਊ ਆ। ਇੱਕ ਸਾਨੂੰ ਨੋਨ ਵੈਲਿਊ ਰੈਜ਼ਿਸਟੈਂਸ ਦੀ ਪਤਾ ਹੋਣੀ ਚਾਹੀਦੀ ਹੈ, ਟੋਟਲ ਕੰਡਕਟਰ ਦੀ ਜਿਹੜੀ ਆ। ਦੇਖੋ ਕੈਲਕੂਲੇਸ਼ਨ ਬਹੁਤ ਈਜ਼ੀ ਆ, ਥੋੜ੍ਹੀ ਜਿਹੀ ਸਮਝਣ ਦੀ ਲੋੜ ਹੈ ਤੁਹਾਨੂੰ, ਬਸ ਤੁਹਾਨੂੰ ਧਿਆਨ ਨਾਲ ਸਮਝ ਲਓ, ਬਿਲਕੁਲ ਕਲੀਅਰ ਹੋ ਜਾਊ। ਕਹਿੰਦਾ ਦਾ ਵੇਰੀਏਬਲ ਰੈਜ਼ਿਸਟਰਸ ਕਿਹੜੇ R1 ਤੇ R2। ਦੇਖੋ ਮੈਂ ਪਹਿਲਾਂ ਦੱਸਿਆ 2 ਵੇਰੀਏਬਲ ਰੈਜ਼ਿਸਟੈਂਸ ਨੇ R1 ਤੇ R2, ਜਿਨ੍ਹਾਂ ਨੂੰ ਆਪਾਂ ਸਿਰਫ ਬੈਲੈਂਸ ਕਰਨ ਲਗਾਇਆ ਬ੍ਰਿਜ ਨੂੰ। ਜਦੋਂ ਬੈਲੈਂਸ ਕਰਨਾ ਉਦੋਂ ਇਹਨਾਂ ਦੀ ਲੋੜ ਪੈਂਦੀ ਆ। ਕਹਿੰਦਾ ਦਾ ਬੈਲੈਂਸ ਆਫ ਬ੍ਰਿਜ ਇਜ਼ ਅਚੀਵਡ ਬਾਏ ਐਡਜਸਟਿੰਗ ਦਾ ਵੇਰੀਏਬਲ ਰੈਜ਼ਿਸਟੈਂਸ। ਹੁਣ ਆਪਾਂ ਬੈਲੈਂਸ ਕਰਨ ਲਈ ਕੀ ਕੰਡੀਸ਼ਨ ਆ ਵੀ ਗਲਵੈਨੋਮੀਟਰ ਦੀ ਰੀਡਿੰਗ ਜਿਹੜੀ ਹੈ 0 ਹੋਣੀ ਚਾਹੀਦੀ ਆ। ਉਸ ਕੰਡੀਸ਼ਨ ਨੂੰ ਬਣਾਉਣ ਲਈ ਸਾਨੂੰ ਕਹਿੰਦਾ R1 ਤੇ R2 ਨੂੰ ਐਡਜਸਟ ਕਰੋ, G ਇਜ਼ ਗਲਵੈਨੋਮੀਟਰ ਟੂ ਇੰਡੀਕੇਟ ਦਾ ਬੈਲੈਂਸ। ਹੁਣ R3 ਪਲੱਸ RX, ਦੇਖੋ ਧਿਆਨ ਨਾਲ, ਹੁਣ R3 ਪਲੱਸ RX is the total loop resistance formed by the sound cable and faulty cable। ਹੁਣ ਦੇਖੋ R3 ਫਾਲਟ ਪੁਆਇੰਟ ਤੱਕ ਆ ਤੇ ਫਾਲਟ ਪੁਆਇੰਟ ਤੋਂ ਅੱਗੇ RX ਹੈ, ਇਹਦਾ ਮਤਲਬ R3 ਪਲੱਸ ਅਗਰ RX ਜਮ੍ਹਾਂ ਕਰ ਦਈਏ ਤਾਂ ਇਹ ਬਣ ਜਾਂਦੀ ਹੈ ਟੋਟਲ ਲੂਪ ਰੈਜ਼ਿਸਟੈਂਸ ਆਫ ਦਾ ਕੇਬਲ। ਟੋਟਲ ਲੂਪ ਰੈਜ਼ਿਸਟੈਂਸ ਆਫ ਦਾ ਸਾਊਂਡ ਕੇਬਲ ਐਂਡ ਫਾਲਟੀ ਕੇਬਲ, ਟੋਟਲ ਰੈਜ਼ਿਸਟੈਂਸ ਦੋਨਾਂ ਕੇਬਲਸ ਦੀ ਟੋਟਲ ਰੈਜ਼ਿਸਟੈਂਸ ਜਿਹੜੀ ਬਣ ਜਾਂਦੀ ਹੈ R3 ਪਲੱਸ RX। ਕਹਿੰਦਾ ਐਟ ਬੈਲੈਂਸ ਕੰਡੀਸ਼ਨ। ਹੁਣ ਦੇਖੋ ਬੈਲੈਂਸ ਕੰਡੀਸ਼ਨ ਬਣਾਉਣ ਲਈ ਸਾਨੂੰ ਕੀ ਕਰਨਾ ਪਏਗਾ, ਇਹ ਫਾਰਮੂਲਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਇਹ ਫਾਰਮੂਲਾ ਕੀ ਹੁੰਦਾ ਕਿ ਰਾਈਟ ਸਾਈਡ ਲੈਫਟ ਸਾਈਡ ਦੀਆਂ ਜਿਹੜੀਆਂ ਰੇਸ਼ੋ ਆ ਉਹ ਰਾਈਟ ਸਾਈਡ ਦੀ ਰੇਸ਼ੋ ਦੇ ਬਰਾਬਰ ਹੋਣੀ ਚਾਹੀਦੀ। ਦੇਖੋ ਲੈਫਟ ਸਾਈਡ ਦੀ ਰੇਸ਼ੋ ਹੈਗਾ R1 ਬਟਾ R2। ਹੁਣ ਇਹ ਬਰਾਬਰ ਕਿਹਦੀ ਹੋਣੀ ਚਾਹੀਦੀ, R3 ਦੇਖੋ R3 ਇੱਕ ਤੇ RX ਦੂਜੀ। ਥੱਲਿਓਂ ਦੇਖੋ ਧਿਆਨ ਨਾਲ ਦੇਖੋ, ਥੱਲਿਓਂ ਅਰਥ ਕੀਤਾ ਹੋਇਆ, ਇਹਦਾ ਮਤਲਬ ਜਿਹੜਾ ਫਾਲਟ ਪੁਆਇੰਟ ਵਾਲਾ ਪੁਆਇੰਟ ਆ ਉਹ ਕਾਮਨ ਪੁਆਇੰਟ ਆ ਤੇ RX ਤੇ R3 ਦੇ ਉੱਪਰ ਜਿਹੜੇ 2 ਪੁਆਇੰਟ ਹੈਗੇ ਉਹ ਗਲਵੈਨੋਮੀਟਰ ਨਾਲ ਜੁੜਿਆ। ਇਹਦਾ ਮਤਲਬ ਬ੍ਰਿਜ ਦੇ ਵਿੱਚ 4 ਰੈਜ਼ਿਸਟੈਂਸ ਕਿਹੜੀਆਂ ਹੋ ਗਈਆਂ, R1 R2 R3 ਤੇ RX। ਇਹਦਾ ਮਤਲਬ R1 ਬਟਾ R2 ਇਕੁਅਲ ਟੂ R3 ਬਟਾ RX। ਹੁਣ ਅਗਰ ਇਹਨਾਂ ਦੋਨਾਂ ਨੂੰ ਇਕੁਏਟ ਕਰੀਏ, ਇਕੁਏਟ ਕਰਨ ਲਈ ਸਾਨੂੰ ਦੇਖੋ ਅਗਰ ਇਹਨਾਂ ਵਿੱਚ ਪਹਿਲਾਂ ਆਪਾਂ +1 ਕਰਕੇ R1, ਧਿਆਨ ਨਾਲ ਹੁਣ ਜਿੱਥੇ ਫਾਰਮੂਲੇ ਲਿਖੇ ਆ ਆਪਣੇ ਇਕੁਏਸ਼ਨਸ ਲਿਖੀਆਂ ਉਹਨਾਂ ਨੂੰ ਦੇਖੋ, ਪਹਿਲਾ ਸੀ R1 ਬਟਾ R2 ਇਕੁਅਲ ਟੂ R3 ਬਟਾ RX, ਇਹ ਬਣ ਗਿਆ। ਹੁਣ R1 ਬਟਾ R2 ਦੇ ਵਿੱਚ ਅਗਰ +1 ਕਰ ਦਈਏ ਤਾਂ ਇਕੁਏਸ਼ਨ ਬਣ ਜਾਂਦੀ ਹੈ R1 ਪਲੱਸ R2 ਬਟਾ R2। ਇਸੇ ਤਰ੍ਹਾਂ R3 ਬਟਾ RX ਦੇ ਵਿੱਚ +1 ਕਰ ਦਈਏ ਤਾਂ ਇਕੁਏਸ਼ਨ ਬਣ ਜਾਂਦੀ ਹੈ R3 ਪਲੱਸ RX ਬਟਾ RX। ਹੁਣ ਆਪਾਂ ਜਿਹੜੀ ਆ
ਐਰੋ ਜਿਹੜੇ ਅਗਲੇ ਵਾਲੇ ਦੋ ਪੁਆਇੰਟਸ ਨੇ R1 ਬਟਾ R2 ਬਟ ਸੌਰੀ R1 ਪਲੱਸ R2 ਬਟਾ R2 ਇਕੁਅਲ ਟੂ R3 ਪਲੱਸ RX ਬਟਾ RX। ਇਹਨੂੰ ਅਗਰ ਲਈਏ ਤਾਂ ਇਹਦੇ ਵਿੱਚੋਂ RX ਦੀ ਵੈਲਿਊ ਕੱਢੀਏ, ਇਹਦੇ ਵਿੱਚੋਂ RX ਦੀ ਵੈਲਿਊ ਕੱਢੀਏ ਤਾਂ ਫਾਰਮੂਲਾ ਬਣ ਜਾਂਦਾ R2 ਬਟਾ R1 ਪਲੱਸ R2 ਤੇ ਬ੍ਰੈਕਟ 'ਚ R3 ਪਲੱਸ RX। ਬਹੁਤ ਸਿੰਪਲ ਜੀ ਆ। ਦੇਖੋ ਉੱਪਰਲੀ ਲਾਈਨ ਨੂੰ ਦੇਖ ਲਓ ਧਿਆਨ ਨਾਲ, ਰਾਈਟ ਸਾਈਡ ਵਾਲੀਆਂ ਜਿਹੜੇ ਦੋ ਵੈਲਿਊਜ਼ ਹੈਗੀਆਂ ਨੂੰ ਧਿਆਨ ਨਾਲ ਦੇਖੋ। RX ਨੂੰ ਅਗਰ ਆਪਾਂ ਇੱਧਰਲੇ ਪਾਸੇ ਲੈ ਜਾਈਏ, RX ਨੂੰ ਅਗਰ ਆਪਾਂ ਦੂਜੇ ਪਾਸੇ ਲੈ ਜਾਈਏ ਤਾਂ ਉਹ ਪਾਸਾ ਇੱਧਰਲੇ ਪਾਸੇ ਆਣ ਕੇ ਰਿਵਰਸ ਹੋ ਜਾਊਗਾ, ਦੂਸਰਾ ਪਾਸਾ ਰਾਈਟ ਸਾਈਡ ਲੈਫਟ ਸਾਈਡ ਵਾਲਾ ਪਾਸਾ ਰਿਵਰਸ ਹੋ ਜਾਊਗਾ ਜਦੋਂ ਰਾਈਟ ਸਾਈਡ। ਇਸ ਕਰਕੇ ਰਿਵਰਸ ਹੋਣ ਕੇ R2 ਉੱਪਰ ਚਲਾ ਗਿਆ, R1 ਪਲੱਸ R3 ਸੌਰੀ R2 ਥੱਲੇ ਰਹਿ ਗਿਆ ਤੇ R3 ਪਲੱਸ RX ਐਜ਼ ਇਟ ਇਜ਼ ਰਹੂਗਾ ਕਿਉਂਕਿ RX ਇੱਧਰ ਥੱਲੇ ਸੀ ਉੱਧਰ ਉੱਪਰ ਚਲਾ ਗਿਆ, ਇਸ ਕਰਕੇ RX ਦੀ ਵੈਲਿਊ ਇਹ ਬਣ ਗਈ। ਹੁਣ ਕਹਿੰਦਾ ਵੈਨ ਦਾ ਕ੍ਰੋਸ ਸੈਕਸ਼ਨ ਏਰੀਆ ਆਫ ਬੋਥ ਸਾਊਂਡ ਕੇਬਲ ਐਂਡ ਫਾਲਟੀ ਕੇਬਲ ਆਰ ਇਕੁਅਲ। ਹੁਣ ਕ੍ਰੋਸ ਸੈਕਸ਼ਨ ਏਰੀਆ ਕਿਉਂਕਿ ਸੇਮ ਕੇਬਲ ਆ, ਉਹਦੇ ਵਿੱਚੋਂ ਦੀ ਕੰਡਕਟਰ ਜਿਹੜੇ ਆਪਾਂ ਕੇਬਲ ਸਾਊਂਡ ਕੇਬਲ ਕਢਾਈ ਹੈ ਦੋਨਾਂ ਦਾ ਕ੍ਰੋਸ ਸੈਕਸ਼ਨ ਏਰੀਆ ਕੰਡਕਟਰਸ ਦਾ ਸੇਮ ਹੈਗਾ। ਐਂਡ ਦੈਨ ਦਾ ਰੈਜ਼ਿਸਟੈਂਸ ਆਫ ਕੰਡਕਟਰ ਆਰ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਦੇਅਰ ਲੈਂਥਸ। ਹੁਣ ਅਗਰ ਕ੍ਰੋਸ ਸੈਕਸ਼ਨ ਏਰੀਆ ਸੇਮ ਆ ਤਾਂ ਕਹਿੰਦਾ ਜਿਹੜੀਆਂ ਰੈਜ਼ਿਸਟੈਂਸ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਲੈਂਥ ਦੇ ਬਰਾਬਰ ਹੋਣਗੀਆਂ। ਇਹ ਤੁਸੀਂ ਅਪਲਾਈਡ ਸਾਇੰਸਿਸ 'ਚ ਵੀ ਪੜ੍ਹਿਆ ਹੋਏਗਾ, ਸੌਰੀ ਆਪਣਾ ਫਿਜ਼ਿਕਸ 'ਚ ਵੀ ਪੜ੍ਹਿਆ ਹੋਏਗਾ ਅਤੇ ਥਰਡ ਸਮੈਸਟਰ ਵੀ ਪੜ੍ਹਿਆ ਹੋਏਗਾ ਕਿ ਜਦੋਂ ਆਪਾਂ ਕੋਈ ਕੇਬਲ ਜਾਂ ਕੋਈ ਦਾ ਕਨੈਕਸ਼ਨ ਕੰਡਕਟਰ ਦਾ ਲੈਂਦੇ ਹਾਂ ਤਾਂ ਉਹਦੀ ਲੈਂਥ ਅਗਰ ਮੰਨ ਲਓ ਸੈਂਟਰ 'ਚੋਂ ਜਾਂ ਜਿੱਧਰੋਂ ਵੀ ਉਹਦੀ ਲੈਂਥ ਲਈ L1 L2 ਲਈ ਤਾਂ ਉੱਦਾਂ ਹੀ ਨਾਲ ਹੀ ਉਹਨਾਂ ਦੀ ਰੈਜ਼ਿਸਟੈਂਸ ਵੀ ਉਹਨਾਂ ਦੇ ਜਿਹੜਾ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਹੋਊਗੀ। ਜਿੱਦਾਂ L1 ਦੀ ਰੈਜ਼ਿਸਟੈਂਸ ਹੋਊਗੀ R1 ਅਤੇ L2 ਦੀ ਰੈਜ਼ਿਸਟੈਂਸ ਹੋਊਗੀ L2। ਉਹ ਫਾਰਮੂਲਾ ਕਹਿੰਦਾ ਸੋ ਇਫ LX ਰਿਪਰੈਜੈਂਟਸ ਦਾ ਲੈਂਥ ਬਿਟਵੀਨ ਟੈਸਟ ਐਂਡ ਆਫ ਦਾ ਫਾਲਟ ਐਂਡ ਆਫ ਦਾ faulty cable and if L represent the total length of the both cable then expression LX is follows। ਦੇਖੋ ਬਹੁਤ ਸਿੰਪਲ ਜੀ ਗੱਲ ਆ, ਮਤਲਬ ਐਕਚੁਅਲ ਕੀ ਆ ਕਿ ਹੁਣ ਸਾਨੂੰ RX ਦੀ ਵੈਲਿਊ ਪਤਾ, ਮੈਂ ਜਿੱਦਾਂ ਦੱਸਿਆ ਹੁਣ RX ਕੀ ਆ, ਇੱਕ ਪਰਟੀਕੂਲਰ ਕੇਬਲ ਦੀ ਕੁਛ ਪੋਰਸ਼ਨ ਦੀ ਰੈਜ਼ਿਸਟੈਂਸ ਹੈਗੀ ਆ। ਹੁਣ ਕਹਿੰਦਾ ਅਗਰ ਇਹ ਕੁਛ ਪੋਰਸ਼ਨ ਦੀ ਰੈਜ਼ਿਸਟੈਂਸ ਹੈਗੀ ਆ ਤੇ L ਦੀ ਰੈਜ਼ਿਸਟੈਂਸ ਅਗਰ ਸਾਨੂੰ ਪਤਾ ਹੈਗੀ, ਜਿੱਦਾਂ ਮੈਂ ਪਹਿਲਾਂ ਫਾਰਮੂਲਾ ਦੱਸਿਆ, ਮੰਨ ਲਓ ਇੱਕ ਰੈਜ਼ਿਸਟੈਂਸ ਨੋਨ ਹੈ, ਉਹ ਹੈ ਟੋਟਲ ਰੈਜ਼ਿਸਟੈਂਸ, ਮੰਨ ਲਓ ਉਹ R ਬਣਦੀ ਸਪੋਜ਼ ਕਰੋ ਜਾਂ L ਬਣੀ ਤੇ ਟੋਟਲ ਰੈਜ਼ਿਸਟੈਂਸ L ਹੈਗੀ ਆ ਤੇ ਉਹਦੀ ਲੈਂਥ ਜਿਹੜੀ ਹੈਗੀ ਪਰਟੀਕੂਲਰ ਜੋ ਕੇਬਲ ਦੀ ਲੈਂਥ ਹੈਗੀ ਹੈ ਤੇ ਜੇ RX ਲੈਂਥ ਰੈਜ਼ਿਸਟੈਂਸ ਹੋਊਗੀ ਤਾਂ ਕਿੰਨੀ ਲੈਂਥ ਹੋਊਗੀ, ਉਹ ਫਾਰਮੂਲਾ ਲਗਾ ਕੇ ਆਪਾਂ LX ਦੀ ਵੈਲਿਊ ਕੱਢ ਲਈ। RX ਦੇ ਅਗੇਂਸਟ LX ਇਕੁਅਲ ਟੂ R2 ਬਟਾ R1 ਪਲੱਸ R2 L। ਦਿਸ ਇਜ਼ ਦਾ ਫਾਰਮੂਲਾ ਫॉर ਲੈਂਥ ਆਫ ਕੇਬਲ ਫਰੋਮ ਟੈਸਟ ਐਂਡ ਟੂ ਫਾਲਟ ਐਂਡ, ਫਰੋਮ ਟੈਸਟ ਐਂਡ ਟੂ ਫਾਲਟ। ਮਤਲਬ ਜਿੱਦਾਂ RX ਦੀ ਵੈਲਿਊ ਰੈਜ਼ਿਸਟੈਂਸ ਦੀ ਵੈਲਿਊ ਹੈ, ਇਹਦੇ ਅਗੇਂਸਟ ਇਹਦੀ ਲੈਂਥ ਕਿੰਨੀ ਬਣਦੀ ਉਹ ਆਪਾਂ ਕੈਲਕੂਲੇਟ ਕਰ ਲਈ, ਦੈਟ ਇਜ਼ LX। ਹੁਣ ਇੰਨੀ ਲੈਂਥ ਸਾਨੂੰ ਪਤਾ ਲੱਗ ਗਈ, ਹੁਣ ਆਪਾਂ ਕਰਾਂਗੇ ਫਾਰ ਐਂਡ ਤੋਂ ਸ਼ੁਰੂ ਕਰਾਂਗੇ, ਉਨੀ ਲੈਂਥ 'ਤੇ ਜਾ ਕੇ ਆਪਾਂ ਜਦੋਂ ਟੋਆ ਪੱਟ ਕੇ ਕੇਬਲ ਨੂੰ ਕੱਢਾਂਗੇ ਤਾਂ ਉੱਥੋਂ ਕੇਬਲ ਦੇ ਵਿੱਚ ਉਹ ਫਾਲਟ ਮਿਲੂਗਾ ਤਾਂ ਉਨੀ ਕੇਬਲ ਆਪਾਂ ਰਿਮੂਵ ਕਰਕੇ ਸਪਲਾਈ ਜਿਹੜੀ ਚਾਲੂ ਕਰ ਸਕਦੇ ਹਾਂ। ਇਸ ਤਰ੍ਹਾਂ ਇਹ ਟੈਸਟ ਹੈਗਾ ਆ ਜਿੱਦਾਂ ਗਰਾਊਂਡ ਫਾਲਟ ਲਈ। ਅੱਗੇ ਆਪਾਂ ਹੁਣ ਨੈਕਸਟ ਦੇਖਦੇ ਹਾਂ ਕਿਸ ਤਰ੍ਹਾਂ ਕਰਨਾ ਹੈਗਾ ਕੈਲਕੂਲੇਟ। ਹੁਣ ਇਹਦੇ ਡਰਾਬੈਕਸ ਕੀ ਹੈਗੇ ਟੈਸਟ ਦੇ। ਕਹਿੰਦਾ ਦਾ ਵਰਬ ਟੈਸਟ ਇਜ਼ ਓਨਲੀ ਵੈਲਿਡ ਵੈਨ ਦਾ ਲੈਂਥਸ ਆਫ ਕੇਬਲ ਆਰ ਨੋਨ। ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਟੈਸਟ ਆਪਾਂ ਉਦੋਂ ਕਰ ਸਕਦੇ ਹਾਂ ਜਦੋਂ ਸਾਨੂੰ ਐਗਜ਼ੈਕਟ ਲੈਂਥ ਜਿਹੜੀ ਆ ਸਾਡੀ ਪਤਾ ਹੋਵੇ ਕੇਬਲ ਦੀ ਕਿੰਨੀ ਆ। ਕਹਿੰਦਾ ਇਨ ਮੂਰੇ ਲੂਪ ਟੈਸਟ ਫਾਲਟ ਰੈਜ਼ਿਸਟੈਂਸ ਇਜ਼ ਫਿਕਸਡ। ਫਾਲਟ ਰੈਜ਼ਿਸਟੈਂਸ ਤਾਂ ਫਿਕਸ ਹੈ, ਇਟ ਮੇ ਨਾਟ ਵੀ ਵੇਰੀਡ, ਵੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਬ੍ਰਿਜ ਨੂੰ ਬੈਲੈਂਸ ਬਣਾਉਣ ਲਈ ਸਾਨੂੰ ਜਿਹੜੀਆਂ ਰੈਜ਼ਿਸਟੈਂਸਿਸ ਆ ਬਹੁਤ ਐਕੂਰੇਟ ਔਰ ਉਹ ਜਿਹੜੀਆਂ ਵੇਰੀ ਨਹੀਂ ਕਰਨੀਆਂ ਚਾਹੀਦੀਆਂ, ਨਹੀਂ ਤਾਂ ਜਿਹੜਾ ਬ੍ਰਿਜ ਹੈ ਉਹ ਅਨਬੈਲੈਂਸ ਹੋ ਜਾਏਗਾ। ਕਹਿੰਦਾ ਆਲਸੋ ਇਟ ਇਜ਼ ਡਿਫੀਕਲਟ ਟੂ ਸੈਟ ਦਾ ਬ੍ਰਿਜ ਐਜ਼ ਬੈਲੈਂਸ। ਹੁਣ ਤਾਈਓ ਜੇ ਕਿਉਂਕਿ ਅਗਰ ਰੈਜ਼ਿਸਟੈਂਸ ਫਿਕਸ ਨਹੀਂ ਹੈ ਤਾਂ ਬ੍ਰਿਜ ਬੈਲੈਂਸ ਹੋ ਜਾਊਗਾ, ਕਹਿੰਦਾ ਇਹ ਬੜਾ ਮੁਸ਼ਕਿਲ ਹੋ ਜਾਂਦਾ। ਦਸ ਦਾ ਡਿਟਰਮੀਨੇਸ਼ਨ ਆਫ ਫਾਲਟ ਪੋਜੀਸ਼ਨ ਇਜ਼ ਨਾਟ ਐਕੂਰੇਟ। ਇਸ ਕਰਕੇ ਕਹਿੰਦਾ ਫਿਰ ਜੇ ਬ੍ਰਿਜ ਬੈਲੈਂਸ ਨਹੀਂ ਹੋਊਗਾ ਪ੍ਰੋਪਰ ਤਾਂ ਰੈਜ਼ਿਸਟੈਂਸ ਪ੍ਰੋਪਰ ਕੈਲਕੂਲੇਟ ਨਹੀਂ ਹੋਊਗੀ। ਜੇ ਰੈਜ਼ਿਸਟੈਂਸ ਪ੍ਰੋਪਰ ਕੈਲਕੂਲੇਟ ਨਹੀਂ ਹੋਊਗੀ ਤਾਂ ਸਾਡੀ ਜਿਹੜੀ ਲੈਂਥ ਹੈਗੀ ਅਪ ਟੂ ਫਾਲਟ ਪੁਆਇੰਟ ਉਹ ਵੀ ਐਕੂਰੇਟ ਨਹੀਂ ਹੋਏਗੀ। ਸੌਰੀ then the current circulation through the cable would cause temperature rise due to high voltage। ਹੁਣ ਕਿਉਂਕਿ ਵੋਲਟੇਜ ਤੇ ਕਰੰਟ ਕਰਕੇ ਰੈਜ਼ਿਸਟੈਂਸ ਵੀ ਜਿਹੜੀ ਆ ਉਹ ਟੈਂਪਰੇਚਰ ਵੀ ਕੰਡਕਟਰ ਦਾ ਜਿਹੜਾ ਆ ਕੇਬਲ ਦਾ ਉਹ ਇਨਕਰੀਜ਼ ਹੋ ਜਾਊਗਾ ਤੇ ਕਰਕੇ ਰੈਜ਼ਿਸਟੈਂਸ ਜਿਹੜੀ ਆ ਵੇਰੀ ਕਰੂਗੀ। ਕਹਿੰਦਾ ਇਫ ਰੈਜ਼ਿਸਟੈਂਸ ਵੇਰੀਜ਼ ਅਕੋਰਡਿੰਗ ਟੂ ਦਾ ਟੈਂਪਰੇਚਰ ਦੈਨ ਦਾ ਬੈਲੈਂਸ ਕੋਲੈਪਸ ਸੋ ਵੀ ਨੀਡ ਟੂ ਅਪਲਾਈ ਲੈਸ ਵੋਲਟੇਜ ਔਰ ਲੈਸ ਕਰੰਟ। ਮਤਲਬ ਇਸ ਸਰਕਟ ਕੈਲਕੂਲੇਸ਼ਨ ਕਰਨੀ ਸਭ ਤੋਂ ਜ਼ਰੂਰੀ ਹੈ ਕਿ ਸਾਨੂੰ ਜਿਹੜੀ ਹੈ ਵੋਲਟੇਜ ਅਤੇ ਕਰੰਟ ਜਿਹੜਾ ਉਹ ਘੱਟ ਹੋਣਾ ਚਾਹੀਦਾ, ਨਹੀਂ ਤਾਂ ਸਾਡਾ ਕੰਡਕਟਰ ਜਿਹੜਾ ਆ ਉਹ ਹੀਟ ਅਪ ਹੋ ਕੇ ਉਹਦੀ ਰੈਜ਼ਿਸਟੈਂਸ ਵੇਰੀ ਕਰ ਜੂਗੀ। ਰੈਜ਼ਿਸਟੈਂਸ ਜਦੋਂ ਵੇਰੀ ਕਰ ਗਈ ਤਾਂ ਸਾਡਾ ਬ੍ਰਿਜ ਜਿਹੜਾ ਉਹ ਕੋਲੈਪਸ ਹੋ ਜਾਊਗਾ। ਇਹ ਜਿਹੜੀ ਇਹਦਾ ਡਰਾਬੈਕ। ਹੁਣ ਆ ਦੇਖੋ ਵੱਲੇ ਲੂਪ ਟੈਸਟ ਜਿਹੜਾ ਆ ਇਹਦੇ ਵਿੱਚ ਕੀ ਕਹਿੰਦਾ, ਦਿਸ ਟੈਸਟ ਇਜ਼ ਯੂਜ਼ ਟੂ ਫਾਈਂਡ ਦਾ ਫਾਲਟ ਲੋਕੇਸ਼ਨ ਇਨ ਐਨ ਅੰਡਰਗਰਾਊਂਡ ਕੇਬਲ ਬਾਈ ਮੇਕਿੰਗ ਵਨ ਵੀਟਸਟੋਨ ਵਿਜ ਇਨ ਇਟ
and by comparing the resistance we shall find out the fault location instead of calculating it from ਨੌਨ ਲੈਂਥਸ ਆਫ ਦਾ ਕੇਬਲ। ਮਤਲਬ ਕਹਿੰਦਾ ਕਿ ਹੁਣ ਜਦੋਂ ਆਪਾਂ ਲੈਂਥ ਦੀ ਪਹਿਲੇ ਟੈਸਟ ਵਿੱਚ ਆਪਾਂ ਕੀਤਾ ਸਾਨੂੰ ਕੇਬਲ ਦੀ ਲੈਂਥ ਪਤਾ ਹੈ ਤਾਂ ਆਪਾਂ ਉਹਦੀ ਕੈਲਕੂਲੇਸ਼ਨ ਕਰ ਲਈ ਵੀ ਠੀਕ ਹੈ ਇੰਨੀ ਲੈਂਥ ਸੀ ਅਤੇ ਇੰਨੀ ਰੈਜ਼ਿਸਟੈਂਸ ਉਹਦੀ ਆਪਾਂ ਮੰਨ ਕੇ ਆਪਾਂ ਸਾਰੀਆਂ ਕੈਲਕੂਲੇਸ਼ਨਾਂ ਕਰ ਲਈਆਂ। ਪਰ ਇਹਦੇ ਵਿੱਚ ਕਹਿੰਦਾ ਇਸ ਤਰ੍ਹਾਂ ਨਹੀਂ ਆ, ਸਾਨੂੰ ਕਹਿੰਦਾ ਕੰਪੇਅਰ ਕਰਨਾ ਪੈਂਦਾ ਹੈ ਲੋਕੇਸ਼ਨ ਫॉर ਜਿਹੜੀ ਰੈਜ਼ਿਸਟੈਂਸ ਆ ਉਹਨੂੰ ਉਹਦੀ ਵੈਲਿਊ ਫਾਈਂਡ ਆਊਟ ਕਰਕੇ। ਦਾ ਕਹਿੰਦਾ ਨੈਸੈਸਰੀ connection of while loop test is shown in figure 4 and 5. The figure 5 shows that the circuit connection for finding the fault location when the ground fault occurs. The figure 5 shows that the current circuit connection for finding the fault location when the short circuit fault occurs. ਹੁਣ ਅੱਗੇ ਆਪਾਂ ਦੇਖਦੇ ਹਾਂ ਕਿ ਦੋਨੋਂ ਡਾਇਗਰਾਮਸ ਕਿਸ ਪਰਪਸ ਲਈ ਬਣਾਈਆਂ ਹੋਈਆਂ। ਇੱਕ ਹੈਗੀ ਸ਼ਾਰਟ ਸਰਕਟ ਲਈ ਤੇ ਦੂਜੀ ਹੈਗੀ ਆ ਅਰਥ ਫਾਲਟ ਲਈ। ਦੇਖੋ सेम पहले वांगू ही है, सारा कुछ सेम एज इट इज़। मतलब दो केबल्स ने, दो कंडक्टर ने, एक साउंड केबल एक फॉल्टी केबल आ ते ਉਹਦੇ ਲਈ ਇੱਕ ਥੱਲੇ ਪਾਸੇ ਸ਼ਾਰਟ ਸਰਕਟ ਦੀ ਡਾਇਗਰਾਮ ਬਣਾਉਣ ਲਈ ਇੱਕ ਕੰਡਕਟਰ ਹੋਰ ਸ਼ੋ ਕੀਤਾ, ਉਹ ਸ਼ਾਰਟ ਸਰਕਟ ਹੋ ਗਿਆ। ਪਹਿਲੇ ਲਈ ਗਰਾਊਂਡ ਟੈਸਟ ਸੀ, ਇਸ ਕਰਕੇ ਉਹ ਅਰਥ ਦੇ ਨਾਲ ਸ਼ਾਰਟ ਕਰ ਦਿੱਤਾ। ਅਤੇ ਇੱਧਰਲੇ ਪਾਸੇ ਇਸੇ ਤਰ੍ਹਾਂ ਹੀ ਵੀਟਸਟੋਨ ਬ੍ਰਿਜ ਲਈ ਆਪਾਂ ਕੀਤਾ। ਦੇਖੋ ਲੈਫਟ ਸਾਈਡ ਦੇ ਉੱਤੇ ਉਸੇ ਤਰ੍ਹਾਂ ਹੀ ਗਲਵੈਨੋਮੀਟਰ ਸਵਿਚ R1 R2 ਅਤੇ ਇੱਕ ਬੈਟਰੀ। ਬਟ ਹੁਣ ਫਰਕ ਕੀ ਪਿਆ ਫਿਰ ਦੋਨਾਂ ਦੇ ਵਿੱਚ? ਇਹਦੇ ਵਿੱਚ ਆਪਾਂ ਕਿਉਂਕਿ ਰਜਿਸਟੈਂਸ ਜਿਹੜੀ ਆਪ ਹੀ ਮੇਜਰ ਕਰਨੀ ਹੈ, ਆਪਾਂ ਕੈਲਕੂਲੇਸ਼ਨ ਕਰਨੀ ਹੈ, ਨਾ ਕਿ ਆਪਾਂ ਅਜ਼ਿਊਮ ਕਰ ਲੈਣਾ ਵੀ ਇੰਨੀ ਲੈਂਥ 'ਤੇ ਇੰਨੀ ਰਜਿਸਟੈਂਸ। ਨਹੀਂ, ਆਪਾਂ ਰਜਿਸਟੈਂਸ ਆਪ ਕੈਲਕੂਲੇਟ ਕਰਨ ਲਈ ਸਾਨੂੰ ਇੱਕ ਆਪਾਂ ਸਟੈਪ ਸਵਿਚ ਬਣਾਇਆ। ਦੇਖੋ ਸਟੈਪ 1 ਸਟੈਪ 2 ਐਸ ਸਵਿਚ ਲੱਗਾ ਹੈ। ਇਹਦੇ 2 ਪੁਆਇੰਟ ਸਟੈਪਸ ਨੇ, ਇੱਕ S1 ਨਾਲ ਜੁੜ 1 ਨਾਲ ਜੁੜਦਾ, ਇੱਕ 2 ਨਾਲ ਜੁੜਦਾ ਹੈਗਾ। ਮਤਲਬ ਇੱਕ ਟੈਸਟ ਆਪਾਂ 1 ਨਾਲ ਕਰਾਂਗੇ, ਦੂਜਾ ਟੈਸਟ ਆਪਾਂ 2 ਨਾਲ ਕਰਾਂਗੇ। ਇਸ ਤਰ੍ਹਾਂ ਇਹ ਜਿਹੜੀ ਆਪਾਂ ਕੈਲਕੂਲੇਸ਼ਨ ਕਰਦੇ ਹੈਗੇ ਇਹਦੇ ਵਿੱਚ। ਅਤੇ ਡਾਇਗਰਾਮ ਜਿਹੜੀ ਪਹਿਲੇ ਵਾਂਗੂ ਸੇਮ ਹੈ, ਸਿਰਫ ਸਵਿਚ ਦਾ ਇੱਕ ਫ਼ਰਕ ਹੈਗਾ। ਹੁਣ ਦੇਖੋ ਇਨ ਦਿਸ ਟੈਸਟ ਕੇ ਅੰਦਰ ਦਾ ਫॉल्टी ਕੇਬਲ ਇਜ਼ ਕਨੈਕਟਡ ਵਿਦ ਸਾਊਂਡ ਕੇਬਲ ਬਾਏ ਲੋ ਰਜਿਸਟੈਂਸ ਵਾਇਰ। ਲੋ ਰਜਿਸਟੈਂਸ ਵਾਇਰ ਨਾਲ ਆਪਾਂ ਫॉल्टी ਕੇਬਲ ਦੇ ਸ਼ਾਰਟ ਜਿਹੜੇ ਆ ਸਾਊਂਡ ਕੇਬਲ ਉਹਨੂੰ ਆਪਸ ਵਿੱਚ ਸ਼ਾਰਟ ਕਰ ਦਿੰਦੇ ਹਾਂ। because that resistance should not affect the total resistance of the cable and it should be able to circulate the loop current to bridge circuits without loss। ਇਹ ਕਹਿੰਦਾ ਆਪਾਂ ਜਿੱਦਾਂ ਪਹਿਲਾਂ ਵੀ ਆਪਾਂ ਤਾਂ ਲੋ ਰਜਿਸਟੈਂਸ ਵਾਇਰ ਲਾਉਂਦੇ ਹਾਂ ਤਾਂ ਕਿ ਜਿਹੜੀ ਉਹਦੀ ਰਜਿਸਟੈਂਸ ਆ ਸਾਡੇ ਬ੍ਰਿਜ ਨੂੰ ਡਿਸਟਰਬ ਨਾ ਕਰੇ, ਜੋ ਆਪਾਂ ਬ੍ਰਿਜ ਬੈਲੈਂਸ ਕਰਨਾ ਹੈਗਾ ਉਹਨੂੰ ਪ੍ਰੋਬਲਮ ਨਾ ਕ੍ਰੀਏਟ ਕਰੇ। ਕਹਿੰਦਾ ਸਿੰਗਲ ਪੋਲ ਡਬਲ ਥਰੂ ਸਵਿਚ ਐਸ ਇਜ਼ ਯੂਜ਼ ਇਨ ਦਾ ਸਰਕਟ। ਹੁਣ ਇਹਦੇ ਸਰਕਟ ਦੇ ਵਿੱਚ ਕਹਿੰਦਾ ਆਪਾਂ ਦੇਖਿਆ ਐਸ ਸਵਿਚ ਲਾਇਆ ਜਿਹੜਾ ਕਿ ਸਿੰਗਲ ਪੋਲ ਹੈਗਾ, ਇੱਕ ਵਾਰੀ ਉੱਪਰ ਜੁੜਦਾ ਇੱਕ ਵਾਰੀ ਥੱਲੇ ਜੁੜਦਾ। ਦੇਅਰ ਸ਼ੁੱਡ ਬੀ ਏ ਵੇਰੀਏਬਲ ਰਜਿਸਟਰ ਵਿਚ ਇਜ਼ ਯੂਜ਼ ਟੂ ਬੈਲੈਂਸ ਦਾ ਬ੍ਰਿਜ ਸਰਕਟ ਡਿਊਰਿੰਗ ਦਾ ਵਰਕਿੰਗ ਪੀਰੀਅਡ। ਜਿੱਦਾਂ ਆਪਾਂ ਪਹਿਲਾਂ ਦੇਖਿਆ ਕਿ 2 ਰਜਿਸਟੈਂਸਿਸ ਲੱਗੀਆਂ ਵੇਰੀਏਬਲ, ਇੱਕ ਹੈ R1 ਇੱਕ ਹੈ R2, ਜਿਹੜੀ ਕਿ ਵੀਟਸਟੋਨ ਬ੍ਰਿਜ ਨੂੰ ਬੈਲੈਂਸ ਕਰਨ ਲਈ ਆਪਾਂ ਉਹਨੂੰ ਯੂਜ਼ ਕਰਦੇ ਹੈਗੇ ਆ। ਹੁਣ ਦੇਖੋ ਕੈਲਕੂਲੇਸ਼ਨ। ਹੁਣ ਸਭ ਤੋਂ ਪਹਿਲਾਂ ਕੈਲਕੂਲੇਸ਼ਨ ਦੀ ਦੇਖਣ ਲਈ ਤੁਸੀਂ ਸਭ ਤੋਂ ਪਹਿਲਾਂ ਸਵਿਚ ਜਿਹੜਾ ਲੱਗਾ ਸੀ ਨਾ ਡਾਇਗਰਾਮ ਦੇ ਥੱਲੇ ਪਾਸੇ, ਦੇਖੋ ਗਲਵੈਨੋਮੀਟਰ ਦੇ ਥੱਲੇ, ਉਹਦੇ ਵੱਲ ਧਿਆਨ ਦਿਓ। ਦੇਖੋ ਸਵਿਚ ਕਿੱਥੇ ਜੁੜਿਆ ਹੋਇਆ 1 'ਤੇ, ਸਵਿਚ ਕਿੱਥੇ ਜੁੜਿਆ 1 'ਤੇ। ਹੁਣ ਇਹਦਾ ਮਤਲਬ ਜਿਹੜੀ ਆਪਾਂ ਸਰਕਟ ਬਣਾਉਣਾ ਹੈਗਾ ਉਹ ਹੁਣ ਕਿੱਥੋਂ ਦੀ ਉਹਦੀ ਮਤਲਬ ਕਨੈਕਸ਼ਨ ਹੋਊਗਾ? ਉਹ ਹੋਊਗਾ R3 X RX R1 ਅਤੇ R2 R3 X R1 ਅਤੇ R2 ਪਲੱਸ ਜਿਹੜੀ ਰਜਿਸਟੈਂਸ ਆਪਾਂ ਇੱਕ ਵੇਰੀਏਬਲ R ਰਜਿਸਟੈਂਸ ਲੱਗੀ ਆ, ਦੇਖੋ ਸਵਿਚ ਦੇ ਨਾਲ R ਰਜਿਸਟੈਂਸ ਲੱਗੀ ਨਾ ਕੋਈ ਵੇਰੀਏਬਲ, ਪਲੱਸ A ਰਜਿਸਟੈਂਸ। ਹੁਣ ਇਸ ਕੰਡੀਸ਼ਨ ਦੇ ਵਿੱਚ ਦੇਖਣਾ ਸਿਰਫ ਇਹ ਹੈ ਕਿ ਇਸ ਕੰਡੀਸ਼ਨ 'ਚ ਬ੍ਰਿਜ ਬੈਲੈਂਸ ਕਰਨ ਲਈ ਸਾਨੂੰ ਜਿਹੜੀਆਂ ਆਰਮਸ ਆ ਉਹਨਾਂ ਦੀ ਰਜਿਸਟੈਂਸ ਕਿਹੜੀ ਬਣੂਗੀ। ਦੇਖੋ ਇੱਕ ਪਾਸੇ ਤਾਂ R1 ਅਤੇ R2 ਉਹ ਤਾਂ ਪਤਾ ਹੀ ਆਪਾਂ ਨੂੰ ਰਹੇਗੀ। ਹੁਣ ਦੇਖੋ ਤੁਸੀਂ ਸਵਿਚ ਕਿੱਥੇ ਜੁੜਿਆ, ਦੇਖੋ S1 ਤੋਂ ਸ਼ੁਰੂ ਹੋਵੋ 1 'ਚ ਜਾਓ, S ਤੋਂ ਸ਼ੁਰੂ ਹੋ 1 'ਚ ਜਾਓ। 1 ਤੋਂ ਬਾਅਦ ਦੇਖੋ ਲਾਈਨ ਲੱਗੀ ਹੋਈ ਜਿਹੜੀ ਤੋਂ ਉੱਪਰ ਜਾ ਕੇ ਕਿੱਥੇ ਜੁੜਦੀ ਆ, ਜਿਹੜੀ ਵੇਰੀਏਬਲ ਰਜਿਸਟੈਂਸ ਸੈਂਟਰ ਲੱਗੀ ਉਹਦੇ ਰਾਈਟ ਸਾਈਡ 'ਤੇ। ਇਹਦਾ ਮਤਲਬ ਇਸ ਕੰਡੀਸ਼ਨ ਦੇ ਵਿੱਚ ਇੱਕ ਪੁਆਇੰਟ ਬਣ ਗਿਆ R1 R2 ਵਾਲਾ, ਇੱਧਰ ਬੈਟਰੀ ਵਾਲਾ ਪਾਸਾ ਬਣ ਗਿਆ, ਅਤੇ ਦੂਜਾ ਪੁਆਇੰਟ ਕਿਹੜਾ ਬਣ ਗਿਆ ਜਿਹੜਾ ਕਿ ਆਪਣੇ ਵਿੱਚ ਇਹ ਲੱਗਾ ਹੋਇਆ R ਦੇ ਨਾਲ ਜਿਹੜਾ ਪੁਆਇੰਟ ਬਣਿਆ। ਇਹਦਾ ਮਤਲਬ R3 ਅਤੇ RX ਇਸ ਸੀਰੀਜ਼ 'ਚ ਜੁੜੀਆਂ ਹੋਈਆਂ ਰਜਿਸਟੈਂਸਿਸ ਇਸ ਕਾਰਨਰ 'ਤੇ ਪਹੁੰਚ ਗਈਆਂ, ਅਤੇ ਇਸ ਤੋਂ ਅੱਗੇ ਕਾਰਨਰ ਦੇ ਵਿੱਚ R ਵੇਰੀਏਬਲ ਰਜਿਸਟੈਂਸ ਆ ਗਈ। ਇਹ ਹੁਣ ਇਸ ਵੇਰੀਏਬਲ ਰਜਿਸਟੈਂਸ ਦੀ ਵੈਲਿਊ ਜਿਹੜੀ ਆਪਾਂ ਕਈ ਮੰਨਣੀ ਆ RS1। ਕਿਹੜੀ ਵੈਲਿਊ ਮੰਨਣੀ ਆ RS1। RS1 ਦਾ ਮਤਲਬ ਵੀ ਜਦੋਂ ਸਵਿਚ 1 ਦਿੱਤੇ ਆ ਤਾਂ ਉਦੋਂ ਇਹ ਜਿਹੜੀ ਰਜਿਸਟੈਂਸ ਦੀ ਵੈਲਿਊ ਕਿੰਨੀ ਬਣੀ RS1। ਹੁਣ ਦੇਖਦੇ ਆਪਾਂ ਥੱਲੇ
ਕਹਿੰਦਾ ਇਫ ਦਾ ਸਵਿਚ S ਇਜ਼ ਇਨ ਪੋਜੀਸ਼ਨ 1, ਮੈਂ ਜਿੱਦਾਂ ਤੁਹਾਨੂੰ ਦੱਸਿਆ ਐਜ਼ ਸ਼ੋਨ ਫਿਗਰ, ਦੈਨ ਵੀ ਨੀਡ ਟੂ ਐਡਜਸਟ ਦਾ ਵੇਰੀਏਬਲ ਰੈਜ਼ਿਸਟੈਂਸ R ਟੂ ਬੈਲੈਂਸ ਦਾ ਸਰਕਟ। ਹੁਣ ਵੇਰੀਏਬਲ ਰੈਜ਼ਿਸਟੈਂਸ R ਜਿਹੜੀ ਉਹਨੂੰ ਆਪਾਂ ਬੈਲੈਂਸ ਕਰਨ ਲਈ ਆਪਾਂ ਐਡਜਸਟ ਕੀਤਾ। ਫਿਰ ਕੀ ਹੋਇਆ, ਲੈਟ ਅਸ ਅਜ਼ਿਊਮ ਦੈਟ ਦਾ ਪ੍ਰੈਜੈਂਟ R ਵੈਲਿਊ ਐਜ਼ RS1। ਹੁਣ ਜਿੱਥੇ ਵੀ ਜਾ ਕੇ ਬੈਲੈਂਸ ਹੋਇਆ ਉਸ ਵੈਲਿਊ ਦੇ ਉੱਤੇ ਆਪਾਂ ਜਿਹੜੀ ਇਹਦੀ ਰੈਜ਼ਿਸਟੈਂਸ ਮੰਨਾਂਗੇ ਉਹਨੂੰ ਆਪਾਂ ਮੰਨਾਂਗੇ RS1। ਕਹਿੰਦਾ ਐਟ ਦਿਸ ਪੋਜੀਸ਼ਨ ਦਾ ਐਕਸਪ੍ਰੈਸ਼ਨਸ ਆਰ ਐਜ਼ ਫੋਲੋ। ਹੁਣ ਦੇਖੋ ਵੀਟਸਨ ਬ੍ਰਿਜ ਦੇ ਮੁਤਾਬਕ ਇੱਕ ਲੈਫਟ ਸਾਈਡ ਦੀ ਆਰਮ ਹੁੰਦੀ ਹੈ, ਇੱਕ ਰਾਈਟ ਸਾਈਡ ਦੀ। ਹੁਣ ਲੈਫਟ ਸਾਈਡ ਦੀ ਆਰਮ ਤਾਂ R1 ਤੇ R2 ਆ, ਤੇ ਇਸ ਕਰਕੇ ਬਣ ਗਿਆ R1 ਬਟਾ R2 ਇਕੁਅਲ ਟੂ, ਹੁਣ ਦੂਜੇ ਪਾਸੇ ਕਿਹੜੀ ਬਣੀ, RS1 ਇੱਕ ਬਣੀ ਆਰਮ ਤੇ R3 ਪਲੱਸ RX ਦੂਜੀ ਆਰਮ ਬਣੀ। ਹੁਣ ਇਹਦਾ ਮਤਲਬ ਕੀ ਬਣ ਗਿਆ, ਦੇਖੋ ਥੱਲੇ R3 ਪਲੱਸ RX ਬਟਾ RS1 ਇਕੁਅਲ ਟੂ R1 ਬਟਾ R2 ਇਕੁਅਲ ਟੂ, ਮਤਲਬ ਇਹਨਾਂ ਦੀ ਜਿਹੜੀ ਵੈਲਿਊ ਬਣਦੀ ਹੈ, ਹੁਣ ਇਹਨੂੰ ਕੈਲਕੂਲੇਸ਼ਨ ਕਰੀਏ ਅਗਰ ਕੀ ਬਣ ਗਈ, ਦੇਖੋ ਧਿਆਨ ਨਾਲ ਦੇਖੋ, ਪਹਿਲੇ ਕੁਐਸਚਨ ਵਿੱਚ ਦੋ ਜਿਹੜੇ ਸਟੈਪਸ ਹੈਗੀਆਂ, ਦੋ ਜਿਹੜੇ ਵੈਲਿਊਜ਼ ਲਿਖੀਆਂ ਹੋਈਆਂ ਉਹਨਾਂ ਨੂੰ ਧਿਆਨ ਨਾਲ ਦੇਖੋ। ਪਹਿਲੀਆਂ ਦੋ ਵੈਲਿਊ, ਉਸ ਤੋਂ ਬਾਅਦ ਫਿਰ ਨੈਕਸਟ ਆਪਾਂ ਉਹਦੀ ਕੀ ਵੈਲਿਊ ਬਣਦੀ ਉਹ ਦੱਸਦਾ ਤੁਹਾਨੂੰ। ਇੱਧਰ RS ਥੱਲੇ ਆ, RS1 ਥੱਲੇ ਆ, ਉੱਧਰ R1 ਉੱਪਰ ਆ। RS1 ਨੂੰ ਆਪਾਂ ਉੱਪਰ ਲੈ ਜਾਈਏ ਤਾਂ ਬਣ ਗਿਆ ਕੀ ਬਣ ਗਿਆ, ਦੇਖੋ R1 RS2 ਇਕੁਅਲ ਟੂ, ਹੁਣ ਇੱਧਰ R3 ਪਰ RX ਉੱਪਰ ਸੀਗਾ ਤੇ R2 ਇੱਧਰੋਂ ਦੂਜੇ ਪਾਸੇ ਗਿਆ ਤੇ ਇਹ ਥੱਲਿਓਂ ਉੱਪਰ ਚਲਾ ਗਿਆ ਤੇ ਬਣ ਗਿਆ, ਤੇ ਨਾਲ ਹੀ ਉਹਨੇ ਬ੍ਰੈਕਟ ਖੋਲ ਦਿੱਤੀ, ਦੇਖੋ ਬਣ ਗਿਆ R2 R3, ਕਿਉਂਕਿ R2 ਇੱਧਰ ਥੱਲੇ ਸੀ, ਉੱਪਰ ਹੈਗਾ R3 ਪਲੱਸ RX। ਇਹਨੂੰ ਇਹਨਾਂ ਮਲਟੀਪਲਾਈ ਕੀਤਾ, ਬਣ ਗਿਆ R2 R3 ਪਲੱਸ R2 RX। ਇਹ ਇੱਕ ਇਕੁਏਸ਼ਨ ਬਣ ਗਈ ਤੁਹਾਡੀ ਪਹਿਲੀ ਇਕੁਏਸ਼ਨ। ਹੁਣ ਕਹਿੰਦਾ ਦਿਸ ਐਕਸਪ੍ਰੈਸ਼ਨ ਗਿਵਸ ਦਾ ਵੈਲਿਊ ਆਫ R3 ਪਲੱਸ RX। ਇੱਥੋਂ ਤੁਸੀਂ ਕਹਿੰਦਾ R3 ਪਲੱਸ RX ਦੀ ਵੈਲਿਊ ਜਿਹੜੀ ਆ ਉਹ ਫਾਈਂਡ ਆਊਟ ਕਰ ਸਕਦੇ ਇਫ ਵੈਲਿਊ ਆਫ R1 R2 ਐਂਡ S1 ਆਰ ਨੋਨ। ਹੁਣ ਮੰਨ ਲਓ ਕਹਿੰਦਾ ਸਾਡੇ ਕੋਲ ਵੈਲਿਊ ਜਿਹੜੀਆਂ R1 R2 ਤੇ RS1 ਦੀ ਅਗਰ ਸਾਨੂੰ ਵੈਲਿਊ ਪਤਾ ਹੋਵੇ ਤਾਂ ਆਪਾਂ ਬੜੇ ਆਰਾਮ ਨਾਲ R3 ਪਲੱਸ RX ਦੀ ਵੈਲਿਊ ਜਿਹੜੀ ਆ ਉਹ ਫਾਈਂਡ ਆਊਟ ਕਰ ਸਕਦੇ। ਮਤਲਬ ਟੋਟਲ R3 ਪਲੱਸ RX ਦੀ ਵੈਲਿਊ ਜਿਹੜੀ ਆ ਉਹ ਸਾਨੂੰ ਮਿਲ ਜਾਂਦੀ ਹੈਗੀ ਆ ਇਸ ਇਕੁਏਸ਼ਨ ਤੋਂ। ਹੁਣ ਦੇਖੋ ਸੇਮ ਡਾਇਗਰਾਮ, ਸਾਰਾ ਕੁਝ ਸੇਮ ਆ, ਪਰ ਆਪਾਂ ਕੀ ਕੀਤਾ, ਹੁਣ ਸਿਰਫ ਇਹਨੂੰ ਸਵਿਚ ਨੂੰ ਦੇਖੋ ਧਿਆਨ ਨਾਲ, ਸਵਿਚ ਜਿੱਥੇ ਲੱਗਾ ਸੀ ਉਹਨੂੰ ਜਿਹੜਾ ਅੱਗੇ ਪੁਆਇੰਟ ਸਵਿਚ S1 ਨਾਲ ਜੁੜਿਆ ਸੀ, ਹੁਣ ਸਵਿਚ ਨੂੰ ਆਪਾਂ 2 ਨਾਲ ਜੋੜਤਾ। ਹੁਣ ਜਦੋਂ ਸਵਿਚ ਨੂੰ 2 ਨਾਲ ਜੋੜਤਾ ਤੇ ਹੁਣ ਆਰਮਸ ਦੀਆਂ ਜਿਹੜਾ ਬ੍ਰਿਜ ਹੈ ਉਹਦੇ ਦੋ ਪੁਆਇੰਟ ਕਿਹੜੇ ਬਣੇ ਜਿੱਥੇ ਸਪਲਾਈ ਦੇਣੀ ਆ। ਇੱਕ ਤਾਂ ਬਣ ਗਿਆ R1 R2 ਵਾਲਾ ਪੁਆਇੰਟ ਬਣ ਗਿਆ ਰਾਈਟ ਬਿਲਕੁਲ ਲੈਫਟ ਸਾਈਡ ਤੇ ਜਿੱਥੇ ਬੈਟਰੀ ਦਾ ਪੋਜ਼ਿਟਿਵ ਜੁੜਿਆ, ਤੇ ਨੈਗੇਟਿਵ ਦੇਖੋ ਥਰੂ ਸਵਿਚ ਦੇ ਥਰੂ ਹੋ ਕੇ 2 ਪੁਆਇੰਟ ਦੇ ਥਰੂ ਹੋ ਕੇ ਸ਼ਾਰਟ ਸਰਕਟ ਵਾਲੀ ਕੇਬਲ ਦੇ ਥਰੂ ਜਿਹੜੀ ਜਿਹਨਾਂ ਸ਼ਾਰਟ ਹੋਈ ਕੇਬਲ ਦੇ ਥਰੂ ਹੋ ਕੇ ਜਿੱਥੇ ਸ਼ਾਰਟ ਸਰਕਟ ਹੋਇਆ ਉਸ ਪੁਆਇੰਟ ਤੇ ਜਾ ਕੇ ਉਹ ਕਨੈਕਟ ਹੋਇਆ, ਜਿੱਥੇ ਸ਼ਾਰਟ ਹੋਇਆ ਉਸ ਪੁਆਇੰਟ 'ਤੇ ਆ ਕੇ ਕਨੈਕਟ ਹੋਇਆ। ਹੁਣ ਦੇਖੋ ਇਸ ਕੰਡੀਸ਼ਨ ਦੇ ਵਿੱਚ R3 ਵੈਲਿਊ ਜਿਹੜੀ ਆ ਇੱਕ ਪਾਸੇ ਰਹਿ ਗਈ ਤੇ RX ਤੇ RS ਦੀ ਵੈਲਿਊ ਜਿਹੜੀ ਆ ਉਹ ਇੱਕ ਸੀਰੀਜ਼ 'ਚ ਜੁੜ ਗਈ। ਪਹਿਲਾਂ ਕੀ ਸੀ, RS ਦੀ ਵੈਲਿਊ ਅਲੱਗ ਸੀ, R3 ਤੇ RX ਦੀ ਵੈਲਿਊ ਜੁੜੀ ਹੋਈ ਸੀ। ਹੁਣ ਉਲਟਿਆ, ਹੁਣ ਕੀ ਹੋ ਗਿਆ ਕਿ RS ਪਲੱਸ RX ਜੁੜ ਗਈ ਤੇ R3 ਜਿਹੜੀ ਇੱਕ ਸੈਪਰੇਟ ਰਹਿ ਗਈ। ਹੁਣ ਦੇਖੋ ਆਪਾਂ ਪੜ੍ਹਦੇ ਹਾਂ, ਕਹਿੰਦਾ ਇਫ ਦਾ ਸਵਿਚ S ਇਜ਼ ਇਨ ਪੋਜੀਸ਼ਨ 2 ਐਜ਼ ਸ਼ੋਨ ਫਿਗਰ, ਜਿੱਦਾਂ ਦਿਖਾਇਆ ਹੋਇਆ ਕਹਿੰਦਾ ਫਿਗਰ 'ਚ S2 ਦੇ ਉੱਤੇ ਪੋਜੀਸ਼ਨ ਹੈਗੀ ਆ ਸਵਿਚ ਦੀ। ਦੈਨ ਅਗੇਨ ਵੀ ਨੀਡ ਟੂ ਐਡਜਸਟ ਦਾ ਵੇਰੀਏਬਲ ਰੈਜ਼ਿਸਟੈਂਸ R, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ R ਨੂੰ ਆਪਾਂ ਐਡਜਸਟ ਕੀਤਾ ਟੂ ਬੈਲੈਂਸ ਦਾ ਬ੍ਰਿਜ ਸਰਕਟ ਨੂੰ ਬੈਲੈਂਸ ਕਰਨ ਲਈ। ਕਹਿੰਦਾ ਲੈਟ ਅਸ ਅਜ਼ਿਊਮ ਦਾ ਨਿਊ R ਵੈਲਿਊ RS2। ਹੁਣ ਇਹ ਵੈਲਿਊ ਜਿਹੜੀ ਨਵੀਂ ਵੈਲਿਊ ਪਹਿਲਾਂ ਬਣੀ ਸੀ RS1, ਹੁਣ ਕਿਉਂਕਿ ਸਵਿਚ ਜਿਹੜਾ 2 ਤੇ ਜੁੜਿਆ ਹੈ ਇਸ ਕਰਕੇ ਬਣ ਗਈ RS2। ਐਟ ਦਿਸ ਪੋਜੀਸ਼ਨ ਦਾ ਐਕਸਪ੍ਰੈਸ਼ਨਸ ਆਰ ਐਜ਼ ਫੋਲੋਜ਼। ਹੁਣ ਫਿਰ ਬ੍ਰਿਜ ਨੂੰ ਆਪਾਂ ਬੈਲੈਂਸ ਕੀਤਾ ਸੇਮ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਕੀਤਾ ਸੀ, ਤਾਂ ਇਹ ਵੈਲਿਊ ਜਿਹੜੀ ਕੀ ਬਣ ਗਈ, ਦੇਖੋ ਇਹ ਵੈਲਿਊ ਬਣ ਗਈ R3 ਬਟਾ RS2 ਪਲੱਸ RX ਪਲੱਸ RS2 ਇਕੁਅਲ ਟੂ R1 ਬਟਾ R2। ਮਤਲਬ ਜਿਹੜੀ ਹੁਣ ਪੋਜੀਸ਼ਨ ਆ ਪੂਰੀ, ਉੱਪਰਲੇ ਪਾਸੇ R3 ਰਹਿ ਗਈ ਇਕੱਲੀ, ਉੱਪਰ ਕੀ ਰਹਿ ਗਿਆ ਇਕੱਲੀ R3 ਰਹਿ ਗਈ, ਤਾਂ ਥੱਲੇ ਕੀ ਆ ਗਿਆ RS2 ਪਲੱਸ RX, ਥੱਲੇ ਕੀ ਰਹਿ ਗਿਆ RS2 ਪਲੱਸ RX ਇਕੁਅਲ ਟੂ R1 ਬਟਾ R2। ਹੁਣ ਇਹਦੇ ਵਿੱਚ ਦੇਖੋ ਜਦੋਂ ਆਪਾਂ ਇਹਨੂੰ ਕੈਲਕੂਲੇਟ ਕਰਨੇ ਆ ਸਾਰਾ ਕੁਝ ਇਹਦਾ ਦੇਖਣਾ, ਇੱਧਰਲੇ ਉੱਪਰਲੇ ਪਾਸੇ R3 ਆ ਤੇ ਇੱਧਰ ਥੱਲੇ ਹੈਗਾ R2, ਇਹ ਇੱਕ ਰਹਿ ਗਿਆ, ਤੇ ਜਿਹੜਾ RS2 ਆ ਇਹਨੂੰ ਆਪਾਂ R1 ਨਾਲ ਮਲਟੀਪਲਾਈ ਕਰਤਾ, ਉਹ ਵੈਲਿਊ ਆ ਗਈ। ਠੀਕ ਹੈ, ਹੁਣ ਮਤਲਬ ਇਹਦਾ ਮਤਲਬ ਕੀ ਬਣ ਗਿਆ, ਇਹਦੇ ਵਿੱਚ ਕੀ ਬਣ ਗਿਆ ਕਿ ਵੈਲਿਊ ਬਣ ਗਈ R2, ਉਧਰ ਗਿਆ R2 R3 ਇਕੁਅਲ ਟੂ R1 RX ਪਲੱਸ R1 RS2। ਇਹ ਬਣ ਗਈ ਦੂਜੀ ਇਕੁਏਸ਼ਨ। ਕਹਿੰਦਾ ਬਾਈ ਸੋਲਵਿੰਗ ਇਕੁਏਸ਼ਨ 1 ਐਂਡ 2। ਹੁਣ ਇਨ ਦੋਨਾਂ ਜਿਹੜੀ ਪਹਿਲੀ ਇਕੁਏਸ਼ਨ ਸੀ ਤੇ ਪਲੱਸ ਇਹ ਇਕੁਏਸ਼ਨ ਇਹਨਾਂ ਨੂੰ ਆਪਾਂ ਸੋਲਵ ਕਰਦੇ ਹਾਂ ਤਾਂ ਉਹ ਬਣ ਜਾਂਦੀ ਵੈਲਿਊ R1 RS1 ਇਕੁਅਲ ਟੂ R2
RS2 प्लस R1 RX1 सॉरी RX प्लस R2 RX। देखो ये सारी ये RX कॉमन हैगी आ तो इधरले पासे देखो कि बन गया हुण RX कॉमन कढ़ दी तो ये बन गया R1 प्लस R2 तो दूजे पासे बन गया R1 RS1 माइनस R2 RS2। हुण इत्थों जी RX की वैल्यू मिल गई देखो तुहाडे कोल हुण ये R1 RS1 R1 RS2 R1 R2 ये सारिया वैल्यूज़ जिहड़ियां नॉन वैल्यूज़ हैगियां तुहानूं RS एडजस्ट की सी आपां पहलां RS1 जी सी पहलां एडजस्ट की वो वैल्यू भी सानूं पता आ RS2 दूजी वारी आप एडजस्ट की वो वैल्यू भी सानूं पता गए R1 तो R2 नॉन वैल्यूज़ पहले ही सानूं पता है तो इत्थों आपां RX की वैल्यू जी ईजीली कढ़ सकते हैं जो सानूं RX की वैल्यू पता लग जूगी तो उत्थों उस केस तो आप फरदर जी आप कर सकते हैं कि जी टोटल वैल्यू जी लेंथ हैगी वो आप कैलकुलेट करके वो आप रिजल्ट जो फाइंड आउट कर सकते हैं। इस तरह ये जोड़ा आप सॉल्व कर सकते हैं। हुण देखो एक बार आप फिर कैलकुलेशन तुहानूं समझाने देखो कहता नाउ क्वेश्चन 1 एंड 2 इज़ एज बिलो। हुण पहलां आपां क्वेश्चन एक जो बैलेंस किया स्विच S नूं S1 दे नाल जोड़ के तो उदों क्वेश्चन की बनी सी व्हीटस्टोन ब्रिज के मतलब जो बैलेंस किया आपां की बनया R3 प्लस RX बटा RS2 सॉरी बटा RS1 इक्वल टू R1 बटा R2। ये तो आप कैलकुलेट कर लिया R1 RS1 इक्वल टू R2 R3 प्लस R2 RX ये वन इक्वेशन बन गई। दूजी इक्वेशन की बनी R3 बटा एक कदों जो स्विच जो S सी 2 ते जोड़िया होया हुण जी रजिस्टेंस वेरीएबल रजिस्टेंस सी पहले S1 सी हुण S2 बन गई। ये बन गई R3 बटा RS2 प्लस RX ये एक वैल्यू बन गई प्लस सॉरी इक्वल टू R1 बटा R2 की बन गया जी पहला उपर वैल्यू R3 प्लस RX बटा RS1 बनी सी जो आप स्विच 2 ना जोड़ती ये वैल्यू की बन गई R3 तो RX जी थले जुड़ गई वो बन गई RS2 प्लस RX इक्वल टू R1 प्लस R1 बटा R2 ये सेम उस तरह इक्वल टू R2 R3 ये जी वैल्यू हूँ ये टोटल नैट शैल वैल्यू की बन गई R2 R3 इक्वल टू R1 RX प्लस R1 S2। देखो पहला जी वैल्यू सी वो RS2 R1 तो RX ये बन गई हुण दी वैल्यू तो पहला जी वैल्यू सी R1 X RS जो दूजे पासे सी। देखो उपर तो दोनों च फर्क तुहानूं साफ नज़र आता पाया। पहली क्वेश्चन सी स्विच 1 लई दूजी क्वेश्चन है स्विच 2 लई। पहला आपां R1 RS1 मिलिया टोटल कर लिया कितना बनया ये R2 तो R3 देख लिया टोटल कितना बनया। इस तरह सॉल्व करन लगे आपां हुण नैक्सट चलीए आपां देखो बाय सॉल्विंग 1 एंड 2। हुण पहले तो दूजे नूं सॉल्व किदां करना कहता R1 तो RS1 जी उपरली इक्वेशन आ ये देखो R2 तो R3 है ना थले अपना R2 तो R3 की वैल्यू सूँ पता दूजी इक्वेशन है ना आप दूजी इक्वेशन वाली वैल्यू जी पहली वाली इक्वेशन के पुट कर देंगे तो बन जाती R1 RS1 इक्वल टू जिदा उपर है हुण जो R2 तो R3 खत्म हो गया इतने इस जगह क्या आ गया R1 RS2 प्लस R1 RX1 प्लस R2 RX जी उपरली वैल्यू पहला R2 की वैल्यू जी थली वो दो वैल्यूज़ लिखतियाँ फिर उपर वन के R2 RX सी हुण ये देखो सारिया एक जगह तो RX तो RX दो जगह दो क्वेश्चन है इनू आप अगर एक साइड पर रख लीए तो जो R1 RS2 इनू दूजे पासे लै जाइए तो की बन जाती क्वेश्चन देखो RX कॉमन कढ़ लिया बाहर अंदर है गया उपरली क्वेश्चन थल्यों तीजी क्वेश्चन दे राइट साइड वाले पासे लास्ट वाली दो पॉइंट्स देखो RX कॉमन बाहर कढ़ के दूजी क्वेश्चन थल्यों दूजी क्वेश्चन दे देखो RS बाहर कॉमन कर लिया तो R1 R2 हो गया इक्वल टू हुण इधर R1 RS1 सीगा इधर R ये वैल्यू सी ये करके हुण देखो हुण जी X बार कढ़ी हुई है हुण X की वैल्यू आपनों की आ गई X की वैल्यू आ गई RX की वैल्यू सॉरी की आ गई इक्वल टू राइट साइड के उत्ते जी पूरी इक्वेशन R1 RS1 माइनस R1 RS2 बटा R1 माइनस R2 ये जी साडी वैल्यू बन गई RX की। इस वैल्यू तो आप जी फरदर वो लेंथ लभ के आप टोटल फॉल्ट जिथे जिथे फॉल्ट पे आएगा वो लोकेशन लभ सकते हैं। इस तरह ही जिदा पहले आप प्रिकॉशन लिया सी मुरे लूप के इस भी प्रिकॉशनस यही आ कि जी वोल्टेज है तो करंट है वो कंडक्टर के बिल्कुल लो होना चाहिए ताकि जो कंडक्टर का टैंपरेचर राइज करके वो रजिस्टेंस में इफेक्ट ना करे क्योंकि जो रजिस्टेंस इफेक्ट होगी तो साड़ा जो ब्रिज है बैलेंस है वो जो कोलैप्स हो जाएगा तो साढ़े रिजल्ट्स जोड़े एक्यूरेट नहीं होंगे। थैंक यू।